है अमृत ज्ञान है माणक भगत बैराग। श्री गुरु ग्रंथ साहिब उदद कर अनुराग। एकंकार सतगुरु देह सत होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा श्री गुरु हरगोबिंद जी। पद अरविंद बनाए कह कथा सुखदायनी। सुनो सिख चित लाए। श्री गुरु हरगोबिंद जी। पद अरविंद बनाए कह कथा सुखदायनी। सुनो सिख चित लाए। वाहिगुरु जी का खालसा वाहिगुरु जी की फतेह। जुग जुग अटल जबर छत्र तख्त दे मालिक धन श्री गुरु ग्रंथ ਸਾਹਿਬ महाराज जी तिन्हां दी पावन पवित्र हजूरी विच संध्या दे दीवान आरंभ हो चुके हैं। आप माई भाई गुरु प्यार वाली संगत जिन्हां दे किते कर्म चंगे ने भाग ठड़े जिन्हां दे वड्डे ही भाग ठड़े हर संत तुम्हारे। जिन घर धन महाराज कहंदे बहुते भाग। लोकी कहंदे जिहदे को माया जाती है जेड़ा सोना रज के है जिहदे घर पदार्थ बहुत है वो वड्डे भागां वाला। महाराज कहंदे नहीं भाग वड्डियां वाला वो है जिहदे शरीर रूपी घर च रब दी बंदगी है। क्योंकि आ जिहड़ा घर है ना इनू सोना बना लो। अज आपां सारे ही वो घर नूं सोहना बनाउने हैं जिहदे च रिश्तेदारां ने बहना, भैणां भरावां ने साग संबंधियां ने बहना। ते जिस घर दे विच गुरु ने बहना है उत्थे बहुत ज़्यादा खलारा पाया टिकाऊ है नहीं। क्योंकि जिस कमरे च छिल्लां खिलरियां होण बिस्तरे पए होण गंदे कपड़ियां दी ढेरी लगी होवे ते उत्थे आपां किसी रिश्तेदार नूं नहीं ना बिठा लीदा क्योंकि उन्हें बहना ही नहीं, गंदगी है। इसे तरह महापुरख कहंदे तेरे हिरदे दे उत्ते गुरु नानक ने आके आसन लाउणा। इस हिरदे नूं इन्ना क सोहना बना ला कि जदों तेरे गुरु साहबान मुड़ के जान ही ना। क्योंकि कईयां दा घर बड़ा सोहना ते जदों कहंदे आयो जी घर जाईदा वेखीदा ते जी करदा भी इत्थे रह पईए। पार्किंग बड़ी सोहनी है, ड्राइंग रूम बड़े सोहने सुंदर बैड है, यानी सोहना ही इन्ना बनाया भी बंदा कहंदा विच टैल दे मूँह दीदा मूँह। ते पुछीदा जी इन्ना सोहना ते घर वाला कहंदा जी करोड़ लग गया।
ਇੰਨਾ ਸੋਹਣਾ ਘਰ ਬਣਾਉਣ ਨੂੰ 21 ਸਾਲ ਲਾਏ ਇੰਗਲੈਂਡ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਿਸ ਘਰ ਦੇ ਵਿੱਚ ਤੂੰ 70 ਸਾਲ ਰਹਿਣਾ 60 ਇੰਨਾ ਸੋਹਣਾ ਬਣਾ ਲਿਆ ਈ, ਜਿੱਥੇ ਪੱਕਾ ਚਲੇ ਜਾਣਾ ਉਹਦੇ ਬਾਰੇ ਕੀ ਖਿਆਲ ਆ? ਉਹ ਕਦੋਂ ਬਣਾਉਣਾ ਈ? ਉਹ ਬਣਦਾ ਸੰਗਤ ਵਿੱਚ ਆ ਕੇ, ਰੋਜ਼ 25-30 ਮਿੰਟ 40 ਮਿੰਟ 60 ਮਿੰਟ 1.5 ਘੰਟਾ 2 ਘੰਟੇ 2.5 ਘੰਟੇ ਦਸਵੰਧ ਤਾਂ ਹੀ ਮਹਾਰਾਜ ਦੇ ਕੇ ਗਏ ਸੀ ਕਿ 24 ਘੰਟੇ ਕੰਮ ਚੋਂ 2.5 ਘੰਟੇ ਸੰਗਤ ਨੂੰ ਦੇ ਦੇ। ਤੇ ਸਾਧ ਸੰਗਤ ਜੀ ਇਸ ਕਮਾਈ ਦੇ ਨਾਲ ਦਰਗਾਹ ਦੇ ਵਿੱਚ ਘਰ ਬਣਦਾ, ਉਸ ਘਰ ਦੇ ਵਿੱਚ ਫਿਰ ਥਾਂ ਮਿਲਦੀ ਹੈ। ਇਸ ਕਰਕੇ ਆਪਾਂ ਨੂੰ ਮਹਾਰਾਜ ਕਥਾ ਕੀਰਤਨ ਤੇ ਬਾਣੀ ਦੇ ਕੇ ਗਏ ਹੈ। ਆਓ ਰਸਨਾ ਨੂੰ ਪਵਿੱਤਰ ਕਰਕੇ ਬੜਾ ਸੁੰਦਰ ਇਤਿਹਾਸ ਹੈ ਮੇਰੇ ਸਤਿਗੁਰਾਂ ਦਾ ਸਰਵਣ ਕਰਨਾ ਹੈ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਹਿਰਦੈ ਨਾਮ ਵਸਾਇਓ, ਹਿਰਦੈ ਨਾਮ ਵਸਾਇਓ, ਹਿਰਦੈ ਨਾਮ ਵਸਾਇਓ, ਹਿਰਦੈ ਨਾਮ ਵਸਾਇਓ। ਘਰ ਬੈਠੇ ਗੁਰੂ ਤੇ ਆਇਓ, ਘਰ ਬੈਠੇ ਗੁਰੂ ਤੇ ਆਇਓ, ਘਰ ਬੈਠੇ ਗੁਰੂ ਤੇ ਆਇਓ, ਘਰ ਬੈਠੇ ਗੁਰੂ ਤੇ ਆਇਓ। ਹਿਰਦੈ ਨਾਮ ਵਸਾਇਓ, ਹਿਰਦੈ ਨਾਮ ਵਸਾਇਓ, ਹਿਰਦੈ ਨਾਮ ਵਸਾਇਓ, ਹਿਰਦੈ ਨਾਮ ਵਸਾਇਓ। ਮਹਾਰਾਜ
ਕਹਿੰਦੇ ਹਿਰਦੇ 'ਚ ਵਸਾਲਾ। ਇੱਕ ਥਾਂ ਇੱਦਾਂ ਹੀ ਹੋਇਆ, ਕਿਤੇ ਗਏ ਤੇ ਮੈਂ ਕਿਹਾ ਗੁਰਦੁਆਰੇ ਨਹੀਂ ਜਾਂਦੇ? ਕਹਿੰਦੇ ਜੀ ਬਾਣੀ 'ਚ ਲਿਖਿਆ ਹਿਰਦੇ ਨਾਮ ਵਸਾਇਓ ਘਰ ਬੈਠੇ। ਉਹ ਕਹਿੰਦੇ ਉੱਥੇ ਲਿਖਿਆ ਵੀ ਘਰ ਬੈਠੇ ਤੇ ਆਓ। ਮੈਂ ਕਿਹਾ ਭਲੇ ਹੋ, ਇਹਦੇ ਅਰਥ ਇਹ ਥੋੜ੍ਹਾ ਹੈ, ਜੇ ਘਰ ਬਹਿ ਕੇ ਧਿਆਉਣਾ ਸੀ ਤੇ ਬਾਬਾ ਨਾਨਕ ਕੀ ਕਰਨ ਗਿਆ ਸੀ? ਹਾਂਜੀ, ਗੁਰੂ ਨਾਨਕ ਸਾਹਿਬ ਕਰਤਾਰਪੁਰ ਕਾਤੋਂ ਧਰਮਸ਼ਾਲਾ ਸ਼ਾਮਾਂ ਨੂੰ ਕਿੰਨੀ ਸੰਗਤ ਆਉਂਦੀ ਸੀ। ਤੇ ਇਸ ਕਰਕੇ ਭਾਗਾਂ ਵਾਲਿਓ, ਇਹਦੇ ਅਰਥ ਹੈ ਆ ਘਰ। ਆ ਜਿਹੜਾ 6 ਫੁੱਟ ਦਾ ਨਾ, ਇਹਨੂੰ ਘਰ ਕਿਹਾ। ਇਸ ਘਰ ਦੇ 9 ਦਰਵਾਜ਼ੇ ਆ, 2 ਅੱਖਾਂ, 2 ਕੰਨ, ਜ਼ੁਬਾਨ, ਹੱਥ ਪੈਰ, ਇਹ ਦਰਵਾਜ਼ੇ ਆ। ਤੋ ਇਸ ਕਰਕੇ ਸਾਧ ਸੰਗਤ ਨੱਕ, ਤੋ ਇਹ ਦਰਵਾਜ਼ੇ ਇਸ ਘਰ ਨੂੰ ਲਾਏ ਆ। ਪੂਰਾ ਬੰਤਰ ਸੁੰਦਰ ਬਣਾਈ, ਜਿੰਨੀਆਂ ਗੱਡੀਆਂ, ਜਿੰਨੀਆਂ ਕੋਠੀਆਂ, ਜੋ ਵੀ ਨਾ ਸਾਰਾ ਕੁਝ ਬੰਦੇ ਤੋਂ ਹੀ ਨਿਕਲਿਆ। ਜਿੱਦਾਂ ਬੰਦੇ ਦਾ ਨੱਕ ਬੰਦ ਹੋ ਜੇ ਤੇ ਸਾਹ ਬੰਦ, ਇੱਦਾਂ ਗੱਡੀ ਦਾ ਫਿਲਟਰ ਬੰਦ ਹੋ ਜੇ ਤੇ ਉਹ ਵੀ ਨਹੀਂ ਚੱਲਦੀ। ਜਿੱਦਾਂ ਬੰਦੇ ਨੂੰ ਰੋਟੀ ਪਾਣੀ ਮਿਲੇ ਤੇ ਤੁਰੂ, ਨਾ ਖਾਵੇ ਤੇ ਮੰਜੀ ਤੇ ਹੈ। ਇਹ ਸਾਰੀ ਮਸ਼ੀਨਰੀ ਬੰਦੇ ਤੋਂ ਤਿਆਰ ਕੀਤੀ। ਇਸ ਕਰਕੇ ਕੋਈ ਆਪਣੀ ਨਾੜ ਬਲੌਕ ਹੋਵੇ ਤੇ ਦਰਦ ਛਿੜਦਾ, ਕੋਈ ਨਾੜ ਸੰਪਰਕ ਕਰ ਜੇ ਇੰਜਨ ਦੀ ਤੇ ਚੰਗਿਆੜੇ ਨਿਕਲਦੇ। ਸਾਰੀ ਸਾਇੰਸਦਾਨ ਨੇ ਕਾਢ ਬੰਦੇ ਤੋਂ ਕੱਢੀ ਆ। ਗੱਡੀ ਦੀਆਂ ਲਾਈਟਾਂ ਅੱਖਾਂ ਜੀ, ਆਖੋ ਸਤਿਨਾਮ। ਤੋ ਇਸੇ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿੰਦੇ ਭਾਈ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ। ਉਹਦਾ ਘਰ ਕਿਹਨੂੰ ਆਖਿਆ ਹੈ? ਸਰੀਰ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਅਰਥ ਇਹ ਨਹੀਂ ਕਰਨੇ ਵੀ ਗੁਰਦੁਆਰੇ ਨਹੀਂ ਜਾਣਾ ਤੇ ਘਰੇ ਰਹਿਣਾ ਹੈ। ਨਹੀਂ ਭਾਈ, ਘਰ ਇਹਦੀ ਗੱਲ ਕੀਤੀ ਹੈ। ਕਹਿੰਦੇ ਜਿਸ ਘਰ 'ਚ ਰਿਸ਼ਤੇਦਾਰ ਬਿਠਾਉਣੇ ਹੋਣ, ਗੈਸਟ ਆਏ ਹੈ, ਤੇ ਪਹਿਲਾਂ ਹੀ ਨਵੀਆਂ ਚਾਦਰਾਂ ਵਿਛਾ ਦਿੰਦਾ, ਪਹਿਲਾਂ ਹੀ ਪਰਫਿਊਮ ਪਾ ਦਿੰਦਾ ਵਧੀਆ ਵੀ ਸਾਡੇ ਘਰ ਪ੍ਰਾਹੁਣੇ ਆਉਣੇ। ਇਸ ਕਰਕੇ ਮਹਾਰਾਜ ਕਹਿੰਦੇ ਆ ਹਿਰਦੇ ਵਾਲੇ ਘਰ 'ਚ ਬਾਬੇ ਨੇ ਆਉਣਾ। ਇੱਥੇ ਮਹਾਰਾਜ ਨੂੰ ਵਸਾਉਣਾ ਤੂੰ, ਹਿਰਦੇ ਨਾਮ ਵਸਾਇਓ। ਇੱਥੇ ਗੁਰੂ ਨਾਨਕ ਨੂੰ ਬਿਠਾਉਣਾ ਹੀ, ਕਿਉਂਕਿ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਬੈਠੇ ਤੇ ਮਹਾਰਾਜ ਕੋ ਜੋਗੀ ਆਏ। ਜੋਗੀਆਂ ਨੇ ਰਾਤ ਕੱਟੀ, ਉੱਥੇ ਬਚਨ ਬਲਾਸ ਚੱਲੇ, ਕਈ ਤਰ੍ਹਾਂ ਦੀਆਂ ਅਜ਼ਮਤਾਂ ਦਿਖਾਈਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਕੀ ਚਾਹੁੰਦੇ ਤੁਸੀਂ, ਤੁਹਾਨੂੰ ਕੀ ਕਰਕੇ ਵਿਖਾਈਏ ਕਰਾਮਾਤਾਂ ਨਾਲ। ਤੇ ਮੇਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜਿਹੜੇ ਕਥਾ ਸੁਣ ਰਹੇ ਨਾ, ਆ ਜਿਹੜੀ ਮਹਾਰਾਜ ਸਾਹਿਬ ਜੀ ਹੱਸ ਪਏ, ਕਹਿੰਦੇ ਸਿੱਧੋ ਪ੍ਰਸ਼ਾਦਾ ਪਾਣੀ ਛਕੋ, ਜਿਹੜੀ ਚੀਜ਼ ਤੁਸੀਂ ਚਾਹੁੰਦੇ ਉਹ ਨਹੀਂ ਬਣਨੀ। ਸਿੱਧ ਕਹਿੰਦੇ ਬਾਬਾ ਕੀ? ਕਹਿੰਦੇ ਤੁਸੀਂ ਸਾਡੇ ਦਿਲ 'ਚ ਥਾਂ ਬਣਾਉਣੀ ਚਾਹੁੰਦੇ ਆ, ਪੀਦਾਂ ਅਜ਼ਮਤਾਂ ਕਰਾਮਾਤਾਂ ਦਿਖਾਵਾਂਗੇ ਤੇ ਗੁਰੂ ਨਾਨਕ ਸਾਹਿਬ ਜੀ ਸਾਡੇ ਮੁਰੀਦ ਬਣ ਜਾਣਗੇ, ਗੁਰੂ ਅੰਗਦ ਸਾਹਿਬ। ਪਰ ਕਹਿੰਦੇ ਮਾਫ ਕਰਿਓ ਨਾਥ ਜੀ, ਜਿੱਥੇ ਤੁਸੀਂ ਥਾਂ ਲੈਣੀ ਚਾਹੁੰਦੇ ਆ ਨਾ, ਉਹ ਥਾਂ ਬੋਕਾ। ਕਹਿੰਦੇ ਕਿਵੇਂ? ਕਹਿੰਦੇ ਜਿੱਥੇ ਤੁਸੀਂ ਬਹਿਣਾ ਚਾਹੁੰਦੇ ਹੋ ਨਾ, ਉੱਥੇ ਮੇਰਾ ਨਾਨਕ ਬੈਠਾ ਹੈ। ਅੱਜ ਸੰਗਤੇ ਜਿੱਥੇ ਆਪਾਂ ਨਾਨਕ ਨੂੰ ਬਿਠਾਉਣਾ ਸੀ, ਉੱਥੇ ਮਾਸੀ ਬੈਠੀ ਹੈ, ਉੱਥੇ ਭਾਬੀ ਬੈਠੀ ਹੈ, ਉੱਥੇ ਪੋਤਰੇ ਬੈਠੇ ਹੈ, ਉੱਥੇ ਕੋਠੀਆਂ ਬੈਠੀਆਂ ਹੈ, ਉੱਥੇ ਬੀਜੇ ਬੈਠੇ। ਇੱਥੇ ਅੰਦਰ ਇਹੋ ਹੀ ਚੱਲੀ ਜਾਂਦਾ ਦਿਨੇ ਰਾਤ। ਮੈਂ ਵੀ ਤੁਹਾਡੇ ਨਾਲ ਹੈ, ਮਹਾਰਾਜ ਕਿਤੇ ਸਾਡੀ ਵੀ ਸੁਣ ਲਾ, ਸਾਡਾ ਵੀ ਵੱਡਾ ਘਰ ਬਣ ਜੇ, ਅਸੀਂ ਵੀ ਵੱਡੀ ਕੋਠੀ ਤੇ ਗੱਡੀ 'ਚ। ਸਾਰਿਆਂ ਦੇ ਇੱਦਾਂ ਹੀ ਹੈ, ਚੰਦ ਹੋਣਗੇ ਤੁਹਾਡੇ 'ਚੋਂ ਆਸ਼ਕ, ਬਾਕੀ ਆਪਾਂ ਸਾਰੇ ਪੀੜੇ ਪਏ ਲੋੜਾਂ ਗਰਜਾਂ ਫਰਜ਼ਾਂ ਦੇ, ਦੁਖੀ ਹੋਏ। ਮਹਾਰਾਜ ਅੱਗੇ ਆਖੀਦਾ ਮਹਾਰਾਜ ਸਾਡਾ ਵੀ ਸੋਚ। ਤੋ ਬਾਬਾ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨਾਥ ਜੀ, ਜਿੱਥੇ ਤੁਸੀਂ ਥਾਂ ਬਣਾਉਣੀ ਚਾਹੁੰਦੇ ਹੋ ਬੋਕਾ, ਉੱਥੇ ਨਹੀਂ ਤੁਹਾਨੂੰ ਮਿਲਣੀ। ਬਾਕੀ ਕਮਰੇ ਲਓ, ਥਾਂ ਲਓ, ਜ਼ਮੀਨ ਲਓ। ਸਿੱਧਾਂ ਦੇ ਅੱਖਾਂ 'ਚ ਜਾਲ ਆ ਗਿਆ। ਕਹਿੰਦੇ ਸੱਚ? ਕਹਿੰਦੇ ਹਾਂ ਨਾਥ ਜੀ, ਬੰਦਾ ਤਾਂ ਹੀ ਵੱਧ ਕੇ ਕਰਦਾ। ਹੁਣ ਕਈਆਂ ਦੀਆਂ ਬਹੂ ਬੇਟੀਆਂ
घर आया नूं इन्ना प्यार ना पानी चाह रोटी गरम गरम। वो की चाहुंदियां भला तुहाडे दिल च थां लैनी भी जाके अगे आखणगे फलाणे दी नौ रब रूप है, इन्नी सेवा की फलाणे दी धी इन्नी। वो की क्यों करी दी है तुहाडे दिल च। हुण मैं जिथे भी प्रोग्राम ते जाना तो मेरा इहो यतन हुंदा भी संगत दे दिल च मेरी फेर ही सदणगे। तो इस करके महाराज सच्चे पातशाह जोगी कहंदे कहण लगे जी इहो चीज़ ते असीं चाहुंदे आ भी तुहाडे अंदर साडे लई थां होवे, तुसीं साडे मरीद बन जाओ, साडे ते फिदा हो जाओ। महाराज कहंदे हुण नहीं बैठा जाना तुहाडे तो, इत्थे मेरा नानक बहुत समा पहलों बह गया। जिदन बाबे जोध ने पढ़िया सी जित सेविया सुख पाईऐ सो साहिब सदा। ये बाणी दियां पंक्तियां बाबे जोध तो सुनिया सी बाबे लैणे ने। ये जदों बाणी सुनी ते लै गई सीना पाड़ के। कबीर सतगुर सूर में बाह्या बाण जो एक भर के कमान छड्डदा गुरु ग्रंथ साहिब सवेरे नितनेम हुंदा तीर ही है वो जिहदे लंघ गया नहीं गया। कहंदे कईयां ने अपने हिरदे ते ना पत्थर लाया, वो जिहड़ा बाणी दा तीर है ना वो पत्थर दे नाल वज के वापस आ जांदा। वो पत्थर वो तीर भी उन्हां दे अंदर धसदा जिन्हां दी छाती जिन्हां दा हिरदा थोड़ा बहुत किते चाहवान, क्योंकि वो जिहदे कन्नां च बाणी पैंदी ना तीर वजदा वो कहंदा ओहो भाई साहब लग पिया मैं ते उठिया ही नहीं अजे। ते जिन्हां दे पत्थर वज्जा ना वो कड़प करके बूहा मार के कहंदे कुंडी ला आवाज पता नहीं किधरों अंदर आई जाती बाबे दी। आखो सत वो बाणी दे तीर नूं भी वापस मोड़ दिंदे, कहंदे काली पैंदी बाबा आवाज घटा दे, नींद बड़ी गूढ़ी आई है। तो इस करके पुराने बजुर्ग घरां च उन्हां दी आदत आ उच्ची नाम जपदे वेड़े च रात नूं जां घरे वाहेगुरू वाहेगुरू वाहे। वो जिहड़े नवे आ ना कहंदे बापू तूड़ी वाले कमरे च मंजा डाला किते जपना ते अंदर जप लिया कर, तू सारियां नूं सौना नहीं दिंदा। क्योंकि गुरबाणी तंगी दिंदी है ना, पसंद नहीं है गुरबाणी, तां करके बापू बेबे नूं पुरानी ड्योड़ी दित्ती हुंदी। वड्डे वड्डे घरां च जाईदा आप कोठी च हुंदे ते बेबे बापू ड्योड़ी च। तो पुछया भी ये की गल इन्हां ने इन्नी कमाई कीती इन्हां नूं परे कढिया। वो एक ने हासा बड़ा पाया कहंदा बाबा जी हुण वैसे भी ना बाहर दी तैयारी आ पहले उतले कमरे उतली मंजिल तो थले आए, थले तो सैड ते आए ते सैड तो हुण ड्योड़ी ते ड्योड़ी चों फिर 4 जणियां ने उधर कहंदे हौली हौली बाहर कढीए ते फिर ही निकलणगे। तो इस करके कहंदे भी नवीं कोठी बापू मर गया कमाई करदा ते मंजा फिर पुराना कमरा एक उहदे च बापू बेबे दी मंजी कहंदे खंघदे खुंघदे उत्थे ही चंगे आ। तो इस करके मारे कहंदे वेख ला ऐदां होनी हो तेरे नाल, इन्हां तेनों हौली हौली तेरे दाड़ा वेख के तेरी उम्र तेनों परे जिन्हों करी जाते भी परे 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 ही लै जाना। इस करके जो परे नूं घल्लदे ते तूं इशनान करके ते ऐ नूं आ जा कर, ड्योड़ी वाले तो ऐ नूं आ जा कर। इस करके साध संगत जी मेरे गुरु अंगद साहब पातशाह कहंदे नाथ जी जिथे तुसीं बहना चाहुंदे उत्थे मेरा नानक बैठा है, मैं होर किसी नूं इत्थे नहीं बिठा सकता। ए दिल है अमानत सतगुर दी थां थां ते लगाया नहीं जांदा ए। दिल है अमानत सतगुर दी थां थां ते लगाया नहीं जांदा। दिल है अमानत सतगुर दी थां थां ते लगाया नहीं जांदा। दिल है अमानत सतगुर दी थां थां ते लगाया नहीं जांदा। ए सिर है अमानत सतगुर दी थां थां ते चुकाया नहीं जांदा ए। सिर है अमानत सतगुर दी थां थां ते चुकाया नहीं जांदा। सिर है अमानत सतगुर दी थां थां ते चुकाया
ਸਤਿਗੁਰ ਜੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਏ। ਦਿਲ ਹੈ ਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਦਿਲ ਹੈ ਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਸੰਗਤੇ, ਇਹ ਗੁਰੂ ਅੰਗਦ ਸਾਹਿਬ ਕਹਿ ਰਹੇ, ਆਪਾਂ ਤੇ ਗਾਇਆ ਹੀ ਹੈ ਪਰ ਆਪਾਂ ਇੰਨੇ ਲਾਇਕ ਨਹੀਂ ਹੈ, ਕਿਉਂਕਿ ਅੱਜ ਸਾਡਾ ਦਿਲ ਤੇ ਲੱਗਦਾ ਹੀ ਉੱਥੇ ਹੈ ਜਿੱਥੇ ਬਾਬੇ ਨੇ ਕਿਹਾ ਜਾਣਾ ਨਹੀਂ। ਗੁਰਬਾਣੀ 'ਚ ਤੇ ਦਿਲ ਲੱਗਦਾ ਹੀ ਨਹੀਂ ਕਿਸੇ ਦਾ, ਕਥਾ 'ਚ ਵੀ ਨਹੀਂ ਦਿਲ ਲੱਗਦਾ। ਆਪਾਂ ਲਾਈਵ ਚੱਲਦਾ ਨਾ, ਮੰਨ ਲਓ ਕੋਈ ਫੇਸਬੁੱਕ ਚਲਾਉਣ ਦਿਆ ਤਾਂ ਨੂੰ ਕਥਾ ਆ ਗਈ, ਕੀਰਤਨ ਆ ਗਿਆ, ਤੇ ਫਟਾਫਟ ਉਂਗਲਾਂ ਮਾਰਨਗੇ। ਤੇ ਜਦੋਂ ਕਿਤੇ ਗੰਦੀ ਵੀਡੀਓ ਹੋਵੇ ਤੇ ਉਹਨੂੰ ਜ਼ੂਮ ਕਰਕੇ ਚੰਗੀ ਤਰ੍ਹਾਂ ਵੇਖਣਗੇ। ਉੱਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਦਿਲ ਨਹੀਂ ਲੱਗਦਾ, ਨਹੀਂ ਲੱਗਦਾ ਦਿਲ। ਕਿਉਂਕਿ ਸਭ ਤੋਂ ਵੱਧ ਕਮੈਂਟ ਜਿਹੜੇ ਹੁੰਦੇ ਨਾ, ਸਭ ਤੋਂ ਵੱਧ ਵਿਊ ਉਸ ਵੀਡੀਓ ਨੂੰ ਮਿਲਦੇ ਜਿਹੜੀ ਅੱਤ ਗੰਦੀ ਹੈ। ਉਹਨੂੰ ਸਾਰੇ ਵੇਂਦੇ ਆ, ਭਾਵੇਂ ਕੋਈ ਬੁੱਢਾ ਵੀ ਬੱਚਾ ਵੀ, ਕੀ ਹੈ ਜਿਹੜੀ ਗੁਰਬਾਣੀ ਦੀ ਹੋਊਗੀ, ਕੋਈ ਬਾਣੀ ਪੜ੍ਹਦਾ ਕਥਾ ਕੀਰਤਨ, ਉਹਨੂੰ 15-16 ਵੇਖਣਗੇ, ਬਾਕੀ ਉਂਗਲ ਮਾਰ ਕੇ ਗਾਂਹ ਕਰ ਦਿੰਦੇ, ਕਿਉਂਕਿ ਦਿਲ ਨਹੀਂ ਨਾ ਲੱਗਦਾ। ਅੱਜ ਪਾਠ ਚੱਲਦਾ, ਗੁਰਦੁਆਰਾ ਭਰਿਆ ਸੰਗਤ ਨਾਲ, ਅੰਦਰ ਕਿੰਨੇ ਬੈਠੇ? 2। ਦੀਵਾਨ ਸਜਿਆ, ਦੀਵਾਨ 'ਚ ਕਿੰਨੇ? 5 ਤੇ ਬਾਹਰ 150, ਕਿਉਂਕਿ ਆਪਣਾ ਦਿਲ ਨਹੀਂ ਲੱਗਦਾ ਮਾਰੇ। ਪਰ ਬਾਬਾ ਅੰਗਦ ਦੇਵ ਜੀ ਸਿੱਧਾਂ ਨੂੰ ਕਹਿੰਦੇ, ਸਿੱਧ ਜੀ ਜਿੱਥੇ ਤੁਸੀਂ ਬਹਿਣਾ ਚਾਹੁੰਦੇ ਉੱਥੇ ਮੇਰਾ ਨਾਨਕ ਬੈਠ ਗਿਆ ਹੈ। ਸ੍ਰੀ ਗੁਰੂ ਹਰਿਗੋਬਿੰਦ ਜੀ, ਪਦ ਅਰਵਿੰਦ ਮਨਾਏ। ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਹੈ। ਸਤਿਗੁਰੂ ਮੇਰੀ ਪੀਰੀ ਦੇ ਮਾਲਕ ਛਠਮ ਪਾਤਸ਼ਾਹ ਆਪ ਜੀ ਨੂੰ ਪ੍ਰਣਾਮ ਕਰਦਾ ਹੈ ਕਵੀ ਰਾਜ। ਕਹੋ ਕਥਾ ਸੁਖਦਾਇਨੀ, ਸੁਨੋ ਸਿੱਖ ਚਿਤ ਲਾਏ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਬੜੀ ਕਥਾ ਸੁੰਦਰ ਹੈ, ਦੁੱਖ ਦੂਰ ਕਰ ਦੇਣ ਵਾਲੀ ਕਥਾ ਹੈ, ਆਨੰਦ ਦੇਣ ਵਾਲੀ ਕਥਾ ਹੈ, ਸਰੋਤਾ ਜਨੋ ਚਿੱਤ ਲਾ ਕੇ। ਵੇਖੋ ਇੱਥੇ ਵੀ ਲਿਖਿਆ ਵੀ ਸੁਣੋ ਸਿੱਖ ਚਿੱਤ ਲਾਏ। ਚਿੱਤ ਸਮਝਦੇ ਹੋ? ਕਈ ਵਾਰੀ ਬੰਦਾ ਬੈਠਾ ਹੁੰਦਾ ਕਥਾ 'ਚ ਤੇ ਧਿਆਨ ਉਹਦਾ ਕਿਤੇ ਹੋਰ ਹੁੰਦਾ। ਕੋਈ ਘਰੇ ਸਬਜ਼ੀ ਛੱਡ ਕੇ ਆਇਆ, ਕੋਈ ਕਹਿੰਦਾ ਗੈਸ ਤੇ ਨਹੀਂ ਚੱਲਦਾ, ਕੋਈ ਬਾਜ਼ਾਰ 'ਚ ਸੌਦਾ ਖਰੀਦਦਾ ਹੁੰਦਾ, ਕੋਈ ਮੋਟਰ ਤੇ ਹੁੰਦਾ, ਕਈ ਵਾਰੀ ਸਰੀਰ ਗੁਰਦੁਆਰੇ ਹੁੰਦਾ ਤੇ ਚਿੱਤ ਹੋਰ ਕਿਤੇ ਹੁੰਦਾ। ਇਸ ਕਰਕੇ ਕਵੀ ਜੀ ਕਹਿੰਦੇ ਕਥਾ ਉਹਨੂੰ ਆਨੰਦ ਦੇਣਾ ਜਿਹਦਾ ਚਿੱਤ ਇੱਥੇ ਹੋਊਗਾ, ਕਿਉਂਕਿ ਧਿਆਨ ਪਾਸੇ ਹੋ ਜੇ ਗੱਡੀ ਚਲਾਉਂਦਿਆਂ ਤੇ ਗੱਡੀ ਪਲਟ ਜਾਂਦੀ ਹੈ। ਬੱਤੀ ਵਾਲਾ ਕੰਮ ਕਰਦਾ ਬੰਦਾ ਦਾ ਧਿਆਨ ਪਾਸੇ ਹੋ ਗਿਆ ਤੇ ਕਰੰਟ ਪੈ ਜਾਣਾ। ਕੋਈ ਵੀ ਚੀਜ਼ ਧਿਆਨ ਦੀ ਹੈ, ਹਾਂਜੀ, ਧਿਆਨ ਦੇ ਨਾਲ ਹੀ, ਧਿਆਨ ਹੀ ਸ਼ਬਦ ਗੁਰੂ ਸੁਰਤ ਨੂੰ ਜ਼ਰੂਰ ਚੇਤੇ ਰੱਖੋ। ਹਾਂਜੀ, ਸੋਈਆ ਕੇਤਿਕ ਕਾਲ ਬਤੀਤ ਭਇਓ ਪਲ ਰੀਤ, ਸਮੋਤੀ ਕੀ ਕਾਰ ਚਲਾਈ। ਕਹਿੰਦੇ ਮੇਰੇ ਨਾਨਕ ਜੀ ਆਪਣੀ ਬੇਬੇ ਭਾਈਆ ਜੈ ਰਾਮ ਸੁਲਤਾਨਪੁਰ ਦੇ ਮੰਗਤੇ ਮੇਰੇ ਵਰਗੇ ਸਾਰਿਆਂ ਦੀਆਂ ਸੀਸਾਂ ਲੈਣ ਵਾਸਤੇ ਬੜੇ ਲੰਮੇ ਸਮੇਂ ਤੋਂ ਮੋਦੀ ਖਾਨਾ ਚਲਾ ਰਹੇ ਹਨ। ਕਹਿੰਦੇ ਮਹਾਰਾਜ ਸਾਹਿਬ ਜੀ ਜਿਹੜਾ ਵੀ ਆਉਂਦਾ ਤੋਲਦੇ ਤੂਲਦੇ ਨਹੀਂ, ਅਟੇ ਸਟੇ ਸਾਦਾ ਸੁਭਾਅ, ਭਰ ਭਰ ਕੇ ਛਾਬੇ, ਭਰ ਦਹਾਂ ਵਾਲੇ ਨੂੰ ਵੀ ਓਨਾ ਹੀ, ਦੋਹਾਂ ਵਾਲੇ ਨੂੰ ਵੀ ਓਨਾ ਹੀ, ਛੋਂ ਵਾਲੇ ਨੂੰ ਵੀ। ਮਹਾਰਾਜ ਸਾਹਿਬ ਦਿਆਲ ਨੇ। ਆਪਾਂ ਫਰਕ ਪਾਈਦਾ, ਜਿਹੜੀ ਮਾਸੀ ਦੇ 40 ਕਿੱਲੇ ਆ ਉਹਨੂੰ ਸੂਟ ਦੇਈਦਾ 2500 ਵਾਲਾ, ਜਿਹਦੇ 2 ਕਿੱਲੇ ਆ ਉਹਨੂੰ ਦੇਈਦਾ 250 ਵਾਲਾ।
ਬੰਦਾ ਵੇਖ ਕੇ ਵਰਤੀਦਾ ਨਾ, ਪਰ ਮੇਰੇ ਪਾਤਸ਼ਾਹ ਨਹੀਂ ਵੇਂਦੇ। ਦੁਨੀਆ ਸੱਚੀ ਇੱਦਾਂ ਹੀ ਹੈ। NRIਆਂ ਨੂੰ ਬਿਸਤਰਾ ਮਿਲਦਾ ਨਵਾਂ, ਚਾਦਰ ਬਿਲਕੁਲ ਨਵੀਂ, ਰੂਮ ਫਰੈਸ਼, ਅਤੇ ਜਿਹੜੇ ਮੇਰੇ ਵਰਗੇ ਵਾਧੂ ਘਾਟੂ ਆ ਉਹਨਾਂ ਨੂੰ ਪੁਰਾਣੇ ਨੇ ਸਾਰ ਦਈਦਾ। ਹਾਂਜੀ, ਪੁਰਾਣੇ ਨੇ ਕਿਤੇ ਕੋਨੀ ਉੱਤੇ ਰੋਜ਼ ਆਉਂਦੇ ਰਹਿੰਦੇ ਆ, ਪਰ ਮੇਰੇ ਨਾਨਕ ਨੇ ਫਰਕ ਨਹੀਂ ਪਾਇਆ। ਸਭਨਾ ਜੀਆਂ ਕਾ ਮਹਾਰਾਜ ਸਾਰਿਆਂ ਨੂੰ ਝੋਲੀਆਂ ਭਰ ਕੇ ਖੁਸ਼ ਕਰਦੇ ਹਨ। ਜਾਚਕ ਆਵਤ ਕੀਰਤ ਕੋ ਸੁਣ ਜੋ ਮਨ ਭਾਵਤ ਪਾਵਤ ਸਾਈ। ਕਹਿੰਦੇ ਮੰਗਤੇ ਦੂਰ ਦੂਰ ਤੱਕ, ਮੰਗਤਿਆਂ ਦੇ ਵੀ ਰਿਸ਼ਤੇਦਾਰ ਗਾਂਹ ਹੁੰਦੇ ਐ, ਮੰਗਤੇ ਹੀ ਆਖੋ ਸਤਿਨਾਮ। ਇਹ ਰੱਬ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ। ਇੱਕ ਪੰਜਾਬੀ ਦੀ ਕਹਾਵਤ ਵੀ ਹੈ ਨਾ ਵੀ ਆਪ ਨੰਗ ਬਾਪ ਨੰਗ, ਤੀਜੇ ਨੰਗ ਨਾਨਕੇ, ਤੇ ਚੌਥੇ ਨੰਗ ਰਿਸ਼ਤੇਦਾਰ, ਤੇ ਪੰਜਵੇਂ ਨੰਗ ਉਹ ਜਿਨ੍ਹਾਂ ਨੇ ਆਪਣੀ ਧੀ ਦਾ ਡੋਲਾ ਦਿੱਤਾ। ਕਿਉਂਕਿ ਤਕੜੇ ਦਾ ਰਿਸ਼ਤਾ ਤਕੜੇ ਨੇ ਲੈਣਾ, ਮਾੜੇ ਦਾ ਕਿਹਨੇ ਲੈਣਾ। ਇਹ ਰੱਬ ਦੀ ਕੋਈ ਖੇਡ ਆ ਵੀ ਭਰੇ ਨੂੰ ਭਰਦੇ। ਜੇ ਅੱਗੇ 50 ਕਿੱਲੇ ਮੁੰਡੇ ਦੇ ਤੇ ਅੱਗੇ ਕੁੜੀ ਵੀ 60 ਵਾਲੀ ਲੱਭਣਗੇ, ਹੈ ਨਾ। ਉਲਟ ਜਿਹਾ ਹੀ ਹੈ ਕੰਮ। ਜਿਨ੍ਹਾਂ ਦੀਆਂ ਅੱਗੇ 3 ਕੋਠੀਆਂ ਨੂੰ ਜਿੰਦਰੇ ਲੱਗੇ, ਚੌਥੀ ਚੰਡੀਗੜ੍ਹ ਹੈ, ਤੇ ਅੱਗੇ ਜਿਨ੍ਹਾਂ ਨੇ ਰਿਸ਼ਤਾ ਕੀਤਾ ਉਹਨਾਂ ਦੀਆਂ 6 ਹੈ, ਤੇ ਇੱਧਰ ਜਿਹੜਾ ਗਰੀਬ ਇੱਕ ਕਮਰਾ ਚੋਂਦਿਆ ਜਿਹਦਾ ਰਿਸ਼ਤਾ ਕੀਤਾ ਉੱਧਰ ਇੱਕ ਵੀ ਨਹੀਂ, ਛੰਨ 'ਚ ਹੀ ਹੈ। ਤੋ ਮੈਂ ਤਾਂ ਸ਼ਬਦ ਲਿਆ ਵੀ ਮੰਗਤਿਆਂ ਦੇ ਰਿਸ਼ਤੇਦਾਰ ਮੰਗਤੇ। ਤੇ ਜਦੋਂ ਮੰਗਤਿਆਂ ਨੂੰ ਮਿਲਦਾ ਕੋਈ ਤੇ ਉਹ ਆਪਣੇ ਰਿਸ਼ਤੇਦਾਰਾਂ ਤਾਈਂ ਵੀ ਖਬਰ ਪਹੁੰਚਾ ਦਿੰਦੇ ਕਿ ਭਾਈ ਇੱਥੇ ਸੁਲਤਾਨਪੁਰ ਰੱਬ ਬੈਠਾ ਮੋਦੀ ਖਾਨੇ ਤੇ, ਉਹ ਕਿਸੇ ਨੂੰ ਨਹੀਂ ਮੋੜਦਾ ਜੇ, ਤੇ ਤੁਸੀਂ ਵੀ ਲੈ ਜਾਓ 2-4 ਮਹੀਨਿਆਂ ਦਾ ਰਾਸ਼ਨ ਇਕੱਠਾ ਹੀ ਲੈ ਜਾਓ। ਸੰਗਤੇ ਅੱਜ ਵੀ ਇਹ ਘਰ ਹੀ ਹੈ ਇੱਕ ਜਿੱਥੇ ਹਰ ਕੋਈ ਆ ਕੇ ਝੋਲੀ ਅੜਦਾ, ਤੇ ਸਤਿਗੁਰੂ ਮੋੜਦੇ ਵੀ ਨਹੀਂ। ਤੁਸੀਂ 2 ਦਿਨ ਤੀਜੇ ਦਿਨ ਕਿਸੇ ਦੇ ਘਰ ਚੱਲ ਜਾਓ, ਅਗਲਾ ਕਹੇ ਤੂੰ ਤਾਂ ਰੋਜ਼ ਹੀ ਆ ਜਾਂਦਾ। ਇਹਦੇ ਘਰ ਰੋਜ਼ ਬਾਂਸ ਲਾ ਕੇ ਸੰਗਤ ਲੰਘਣ ਦੇ ਗੁਰੂ ਰਾਮਦਾਸ ਦੇ। ਇੰਨੀ ਸੰਗਤ ਸਵੇਰ ਤੋਂ ਸ਼ਾਮਾਂ ਤੱਕ 1.5-2 ਘੰਟੇ ਮੱਥਾ ਟੇਕਣ ਨੂੰ, ਸਭ ਦੀਆਂ ਝੋਲੀਆਂ ਗੁਰੂ ਰਾਮਦਾਸ ਰੱਖੋ ਸਰਨਾਈ। ਮੇਰੇ ਪਾਤਸ਼ਾਹ ਇੱਕ ਵਾਰੀ ਵੀ ਨਹੀਂ ਉਦਾਸ ਹੁੰਦੇ ਵੀ ਤੁਸੀਂ ਹਟਦੇ ਹੀ ਨਹੀਂ। ਜਿੰਨੇ ਮੰਦਰ ਗੁਰਦੁਆਰਿਆਂ ਦੇ ਵਿੱਚ ਰੱਬ ਰਹਿੰਦਾ, ਮੈਂ ਉਦਾਹਰਨ ਦੇਣ ਲੱਗਾ, ਸਾਰਿਆਂ ਗੁਰਦੁਆਰੇ ਮੰਦਿਰਾਂ ਦਾ ਰੱਬ ਜਿਹੜਾ ਰਾਤ ਨੂੰ 9 ਵਜੇ ਜਿੰਦਰਾ ਲਾ ਦਿੰਦਾ ਕਿ ਬਸ ਹੁਣ ਬੰਦ ਹੋ ਗਏ ਕਵਾੜ। ਗੁਰੂ ਰਾਮਦਾਸ ਤੇਰਾ ਏਡਾ ਵੱਡਾ ਘਰ ਹੈ, ਤੇਰਾ 24 ਘੰਟੇ ਖੁੱਲ੍ਹਾ, ਕਦੇ ਜਿੰਦਰਾ ਹੀ ਨਹੀਂ ਲੱਗਦਾ। ਹਰਿਮੰਦਰ ਸਾਹਿਬ ਨੂੰ ਤਾਲਾ ਨਹੀਂ ਲੱਗਦਾ। ਇੱਦਾਂ ਹੀ ਸੰਗਤ ਤੁਰੀ ਜਾਂਦੀ, ਸੇਵਾਵਾਂ ਚੱਲ ਰਹੀਆਂ, ਫਿਰ ਪ੍ਰਕਾਸ਼ ਹੋ ਜਾਂਦੇ ਹੈ। ਧੰਨ ਮੇਰੇ ਗੁਰੂ ਰਾਮਦਾਸ ਪਾਤਸ਼ਾਹ, ਨਾ ਤੂੰ ਦਿੰਦਾ ਹੀ ਅੱਕਦਾ ਏ, ਅਸੀਂ ਮੰਗਦੇ ਵੀ ਨਹੀਂ ਥੱਕਦੇ। ਇੰਨਾ ਤੇ ਤੋਂ ਮੰਗਿਆ ਤੂੰ ਦੇਈ ਜਾਣਾ ਹੈ। ਤੋ ਇਸ ਕਰਕੇ ਮੰਗਤਿਆਂ ਨੇ ਗਾਂ ਹੋਰ ਮੰਗਤਿਆਂ ਨੂੰ ਦੱਸ ਪਾਈ। ਕਹਿੰਦੇ ਫਿਰ ਜਾਚਕ ਆਵਤ ਕੀਰਤ ਕੋ ਸੋਨਾ। ਆਸ ਨਹੀਂ ਆਉਂਦਾ ਕੋਈ, ਕਹਿੰਦੇ ਵੀ ਫਲਾਣੇ ਦੇ ਮੁੰਡੇ ਦਾ ਵਿਆਹ ਦਾਨਾ ਹੀ, ਮੋੜਦਾ ਨਹੀਂ ਕਿਸੇ ਨੂੰ, ਜਾਓ ਉਹਦੇ ਕੋਲ ਜਾਇਓ। ਮੰਗਤਿਆਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਦੇਣਾ। ਜਿਹੜਾ ਡੇਲੇ ਜੇ ਕੱਢ ਕੇ ਵੇਖੇ ਬਾਪੂ ਵਰਗਾ, ਪਹਿਲੋਂ ਕਹਿੰਦੇ ਬੁੜਾ ਨਾਂਗੀ ਹੈ, ਇਹਨੇ ਕੁਝ ਨਹੀਂ ਦੇਣਾ, ਬੀਬੀ ਕੋਲ ਲੈ ਹੋ ਜਾਓ, ਉਹਦੇ 10-20 ਦੇ ਦੇਣੇ। ਉਹ ਪਤਾ ਲੱਗ ਜਾਂਦਾ ਨਾ ਵੀ ਇਹਨੇ ਕੁਛ ਨਹੀਂ ਦੇਣਾ। ਤੋ ਇਸ ਕਰਕੇ ਬਾਬਾ ਨਾਨਕ ਜੀ ਦੀ ਕੀਰਤੀ ਸੰਸਾਰ ਵਿੱਚ ਫੈਲ ਗਈ। ਹੋਏ ਰਹੇ ਬਿਸਮਦ ਸਬੈ ਨਾਨਕੀ ਰਸਾਇਣ ਕੈ ਧਨ ਪਾਈ। ਔਰ ਕਹਿੰਦੇ ਹਨ ਕਿ ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਜਿਹੜਾ ਵੀ ਆਉਂਦਾ ਹੈ ਮਹਾਰਾਜ ਉਹਨੂੰ ਰਸਤਾਂ ਬਸਤਾਂ ਜੋ ਵੀ ਮੰਗਦਾ ਹੈ ਉਹਨੂੰ ਦਿੰਦੇ ਹਨ। ਜਾਨੋ ਨਾ ਭੇਦ ਅਸ਼ੇਦ ਜਹੀ, ਕਰਤਾਰ ਸਰੂਪ ਧਰੈ ਅਵਤਾਰਾ। ਕਹਿੰਦੇ ਜਿਹੜਾ ਵੀ ਆਉਂਦਾ ਹੱਥ ਜੋੜ ਕੇ ਕਹਿੰਦਾ ਧੰਨ ਨਾਨਕ ਤੂੰ ਹੀ ਨਿਰੰਕਾਰ। ਬੋਲੋ ਧੰਨ ਨਾਨਕ, ਧੰਨ ਨਾਨਕ, ਧੰਨ ਨਾਨਕ, ਧੰਨ ਨਾਨਕ। ਸਾਰੇ ਕਹਿੰਦੇ ਰੱਬ ਹੀ ਹੈ, ਰੱਬ ਹੀ ਇੱਦਾਂ ਕਰ ਸਕਦਾ। ਐਡਾ ਦਿਲ ਵੱਡਾ ਹੋਇਆ, ਇੱਕ ਨੂੰ ਦਾਨ ਦਿੱਤਾ, 2 ਨੂੰ ਦਿੱਤਾ, 3 ਨੂੰ। ਬਾਬਾ ਤਾਂ ਮੋੜਦੇ ਨਹੀਂ, ਸਾਰਾ ਦਿਨ ਮੁੱਕਣ 'ਚ ਨਹੀਂ ਆਉਂਦਾ, 12 ਘੰਟੇ 13।
ਤੇ ਸਾਰਾ ਦਿਨ ਮੰਗਤਿਆਂ ਦੀਆਂ ਲੈਣਾ ਉਹ ਬੇਰ ਸਾਹਿਬ ਤੱਕ ਲੱਗਦੀਆਂ। ਉਦੋਂ ਬੇਰ ਸਾਹਿਬ ਖੈਰ ਨਹੀਂ ਸੀ ਅਜੇ, ਇਹ ਹੱਟੀ ਸੀ, ਹੱਟ ਸਾਹਿਬ। ਤੇ ਇਸ ਕਰਕੇ ਸਾਧ ਸੰਗਤ ਜੀ ਸਭ ਤੋਂ ਪੁਰਾਤਨ ਘਰ ਜਿਹੜਾ ਉਹ ਹੱਟ ਸਾਹਿਬ ਹੀ ਹੈ, ਕਿਉਂਕਿ ਇੱਥੋਂ ਸ਼ੁਰੂਆਤ ਹੋਈ। ਫਿਰ ਉਹ ਤੇ ਬਾਅਦ 'ਚ ਮਹਾਰਾਜ ਇਸ਼ਨਾਨ ਕਰਨ ਜਾਂਦੇ ਰਹੇ, ਅੰਮ੍ਰਿਤ ਵੇਲੇ ਉੱਥੇ ਬੈਠਦੇ ਹੁੰਦੇ ਸੀ। ਫਿਰ ਦਾਤਨ ਗੱਡੀ ਸਾਰਾ ਪ੍ਰਸੰਗ ਆਪ ਜੀ ਨੂੰ ਸੁਣਾਇਆ। ਤੋ ਇਸ ਕਰਕੇ ਕਹਿੰਦੇ ਸੁਲਤਾਨਪੁਰ ਤੱਕ ਲੰਮੀ ਲੈਣ ਵਾਹਿਗੁਰੂ ਬੇਰ ਸਾਹਿਬ। ਅੰਦਾਜ਼ਾ ਮੈਂ ਕਹਿ ਰਿਹਾ ਵੀ ਇੰਨੀਆਂ ਲੰਮੀਆਂ ਲੈਣਾ ਸੀ ਮੰਗਤਿਆਂ ਦੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਕੁਝ ਛਕਦੇ, ਨਾ ਪੀਂਦੇ, ਨਾ ਆਰਾਮ ਹੀ ਕਰਦੇ ਹੈ, ਬਸ ਵਰਤਾਈ ਜਾਂਦੇ ਹਨ। ਦੰਬਨ ਕੰਦਨ ਆਨੰਦ ਕੰਦ ਸੋ ਨਾਮ ਜਪਾਵਨ ਕੋ ਤਨ ਧਾਰਾ। ਕਹਿੰਦੇ ਹਨ ਕੂੜ ਦਾ ਨਾਸ ਕਰਨ ਵਾਸਤੇ, ਦੁਨੀਆ ਨੂੰ ਸੁੱਖ ਆਨੰਦ ਦੇਣ ਵਾਸਤੇ ਰੱਬ ਜੀ ਭੇਸ ਬਦਲ ਕੇ ਨਾਨਕ ਬਣ ਕੇ ਆਏ ਹਨ। ਨੌ ਨਿਧ ਸਿੱਧ 18 ਜੇ ਕਰ ਬੰਦ ਕਠਾਂਡੀ ਰਹਿ ਦਰਬਾਰਾ। ਕਹਿੰਦੇ ਇੱਕ ਰੱਬ ਹੀ ਹੈ ਜਿਹਦੇ ਘਰ 9 ਨਿਧਾਂ ਤੇ 18 ਸਿਧਾਂ ਨੇ। ਬਾਕੀ ਆਪਾਂ ਸਾਰੇ ਮੰਗਤੇ ਐ, 2-4 ਦਿਨ ਜੱਗ ਕਰ ਸਕਦੇ, ਰੋਜ਼ ਨਹੀਂ। ਆਪਾਂ ਇੱਕ ਸੁਖਮਨੀ ਸਾਹਿਬ ਕਰਾਉਣਾ, ਪਹਿਲਾਂ ਸਲਾਹ ਕਰੀ ਦੀ ਕਿੰਨਾ ਕੁ ਖਰਚਾ ਆਊ, ਦਾਲ ਬਣਾਈਏ ਕੀ ਬਣਾਈਏ। ਸੱਚ ਹੈ, ਆਪਾਂ ਤੇ ਇੱਕ ਭੋਗ ਖੰਡ ਪਾਠ ਕਰਾਇਆ ਹੋਵੇ ਤੇ 1 ਸਾਲ ਉੱਠੀ ਦਾ ਨਹੀਂ, ਖਰਚਾ ਇੰਨਾ ਹੋ ਗਿਆ। ਤੇ ਧੰਨ ਮੇਰੇ ਗੁਰੂ ਰਾਮਦਾਸ ਹੈ ਜਿਹਦੀਆਂ 2 ਮੰਜ਼ਿਲਾਂ 3, ਇੱਕੇ ਵਾਰੀ ਬੂਹੇ ਖੁੱਲ੍ਹਦੇ ਐ ਤੇ 500-600 ਰੂਹ ਅੰਦਰ ਜਾਂਦੀ ਤੇ 15 ਮਿੰਟਾਂ ਬਾਅਦ ਉਹ ਉੱਠ ਪੈਂਦੇ, ਫਿਰ ਨਵੀਂ ਸੰਗਤ ਬਹਿ ਜਾਂਦੀ। ਧੰਨ ਹੀ ਹੈ ਮੇਰਾ ਬਾਪੂ, ਨਾ ਅੱਕਦਾ ਹੀ ਨਾ ਥੱਕਦਾ ਹੀ। ਅੱਜ ਤੇ ਆਪਾਂ ਕਹਾਂਗੇ ਵੀ ਕਥਾ ਪੁਰਾਣੀ ਭਾਈ ਸਾਹਿਬ, ਇੱਦਾਂ ਹੋ ਸਕਦਾ ਕਿ ਮਹਾਰਾਜ ਦੇ ਵੰਡੀ ਜਾਂਦੇ ਹੋਣ। ਤੇ ਅੱਜ ਤੇ ਪ੍ਰਤੱਖ ਹੀ ਹੈ ਵੀ ਆਪਣੇ ਘਰ 4 ਪ੍ਰਾਹੁਣੇ ਆ ਜਾਣ ਤੇ ਭੈਣਾਂ ਨੂੰ ਜ਼ਿਆਦਾ ਪਤਾ, ਪਸੀਨਾ ਨਿਕਲ ਜਾਂਦਾ ਮੱਥੇ 'ਚੋਂ ਵੀ ਕਿੱਦਣ ਜਾਣਾ ਇਹਨਾਂ ਨੇ। ਕੁਝ ਸਤਨਾਮ ਹੈ, ਕਦੇ ਕੁਝ ਮੰਗਣ ਦੇ, ਕਦੇ ਕੁਝ। ਧੰਨ ਹੀ ਮੇਰਾ ਗੁਰੂ ਰਾਮਦਾਸ ਹੈ। ਇੱਕ ਕਮਰੇ ਜਿਹੜੇ ਕੜਾਏ ਆ ਉੱਥੇ, ਜਿਨ੍ਹਾਂ 'ਚ ਦਾਲਾਂ ਬਣਦੀਆਂ, ਖੀਰਾਂ ਬਣਦੀਆਂ, ਨਾ ਬਣਾਉਣ ਵਾਲੇ ਹੀ ਥੱਕਦੇ ਤੇ ਨਾ ਛਕਣ ਵਾਲੇ ਹੀ ਥੱਕਦੇ ਤੇ ਨਾ ਰਸਤਾ ਦੇਣ ਵਾਲੇ। ਇੱਥੇ ਤੇ ਕਿਸੇ ਨੂੰ ਕਹਿ ਦਿਓ ਨਾ ਵਾਹਿਗੁਰੂ 4 ਕਿਲੋ ਵੇਸਣ ਲਿਆ ਦਿਓ ਜਾਂ ਟੀਨ ਲਿਆ ਦਿਓ ਘਿਓ, ਤੇ ਕਹਿੰਦੇ ਤੁਹਾਨੂੰ ਕੀ ਹੋਇਆ ਹੈ, ਤੁਸੀਂ ਗੋਲਕਾਂ ਖਾਈ ਜਾਂਦੇ, ਤੁਸੀਂ ਸੇਵਾ ਨਹੀਂ ਕਰਦੇ। ਉਹ ਗੁਰੂ ਰਾਮਦਾਸ ਦਾ ਘਰ ਜਿੱਥੇ ਲੋਕੀ ਭਰੇ ਭਰੇ ਟਰੱਕ ਹੀ ਢੇਰੀ ਕਰ ਜਾਂਦੇ, ਨਾਮ ਨਹੀਂ ਦੱਸਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਨ ਪੁੰਨ ਕਰਿਆ ਕਰੋ, ਚੰਗੇ ਰਹਿ ਜਾਓਗੇ। ਜੇ ਨਹੀਂ ਤੇ ਹਸਪਤਾਲਾਂ 'ਚ ਦੇ ਕੇ ਆਈ ਦੀ ਆ, ਉੱਥੇ ਲੈਂਦੇ ਕਿ ਨਹੀਂ ਅਗਲੇ। ਤੇ ਇਸ ਕਰਕੇ ਜਦੋਂ ਕਿਤੇ ਮੌਕਾ ਮਿਲੇ ਤੇ ਸੰਗਿਆ ਨਾ ਕਰੋ। ਸੰਗਤ ਦੇ ਮੂੰਹ 'ਚ ਪੈਣਾ ਹੁੰਦਾ, ਪਤਾ ਨਹੀਂ ਕਿੰਨੀਆਂ ਸੀਸਾਂ ਮਿਲਦੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਵੀ ਉਹਦੇ ਘਰ 'ਚ ਬਣੀ ਜਾਂਦਾ ਤੇ ਛਕੀ ਜਾਂਦੇ। ਆਪਾਂ ਹੈਰਾਨ ਹੋ ਜਾਈਦਾ ਵੀ ਬੰਦਾ ਸੇਵਾ ਵੀ ਕਰੇ ਨਾ 2 ਘੰਟੇ ਲੰਗਰ 'ਚ ਤਾਂ ਥੱਕ ਜਾਂਦਾ, ਪਰ ਉੱਥੇ ਜੇ 2 ਹਟਦੇ ਤੇ 4 ਲੱਗ ਜਾਂਦੇ, 4 ਹਟਦੇ ਤੇ 6 ਆ ਜਾਂਦੇ। ਪਤਾ ਨਹੀਂ ਮਹਾਰਾਜ ਫੁਰਨਾ ਹੀ ਬਣਾਈ ਜਾਂਦੇ, ਕਿਤੇ ਮੁੱਕਦੇ। ਉੱਥੇ ਵਰਤਾਉਣ ਵਾਲੇ ਵੀ ਨਹੀਂ ਮੁੱਕਦੇ, ਬਣਾਉਣ ਵਾਲੇ ਵੀ ਨਹੀਂ ਮੁੱਕਦੇ, ਤੇ ਰਸਤਾ ਵੀ। ਤਾਂ ਹੀ ਕਹਿਤਾ ਵੱਡਾ ਤੇਰਾ ਦਰਬਾਰ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਸਿਰ ਸ਼ਾਹਾਂ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ ਰਾਮਦਾਸ। ਜਦੋਂ ਵੱਡੇ ਘਰ 'ਚ ਬੈਠੇ ਹੋਣ ਤੇ ਜ਼ਿੰਮੇਵਾਰੀ ਉਹਨਾਂ ਕੋਲ ਹੁੰਦੀ ਹੈ। ਨਿੱਕਿਆਂ ਨੂੰ ਫਿਰ ਉਹ ਕੱਢ ਕੇ ਦਿੰਦੇ ਆਪਣੀ ਫਸੂਈ 'ਚੋਂ, ਆ ਲਿਓ 1000, ਆ ਲਿਓ 2000, ਆ ਲੈ ਕੁੜੀਏ 5000। ਵੱਡੇ ਅੱਜ ਮੇਰਾ ਵੱਡਾ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਚੌਂਕੜਾ ਲਾ ਕੇ ਬੈਠਾ ਹੀ। ਇੱਥੇ ਮੇਰਾ ਗੁਰੂ ਅਰਜਨ ਸਾਹਿਬ ਚੌਂਕੜਾ ਮਾਰ ਕੇ ਬੈਠਾ ਹੀ ਤਖਤ 'ਤੇ, ਭਰ ਭਰ ਕੇ ਦੇਈ ਜਾਂਦਾ ਹੈ। ਕੌਣ ਕਮੀ ਹੋਏ ਤੋ ਇਸ ਤਾਹੇ ਸਥਾਨ, ਨਿਰੰਜਨ ਅੰਜਨ ਮੈਂ ਵਰਤਾਰਾ। ਮਹਾਰਾਜ ਸੱਚੇ ਪਾਤਸ਼ਾਹ ਤੇਰੇ ਘਰ ਕਮੀ ਕੋਈ ਨਹੀਂ ਹੈ। ਕੌਣ ਕਮੀ ਹੋਏ ਤਾਹੇ ਸਥਾਨ, ਤੇਰੇ ਘਰ ਘਾਟਾ ਕੋਈ। ਜੇ ਕਿਤੇ ਤੇਰੀ ਨਜ਼ਰ ਖੁਸ਼ ਹੋ ਜੇ ਤੇ ਜਿਨ੍ਹਾਂ ਘਰਾਂ ਦੇ ਵਿੱਚ ਰੋਟੀ ਨਹੀਂ ਸੀ ਪੱਕਦੀ ਨਾ, ਅੱਜ ਪੀਜੇ ਬਣਦਾ ਰੋਜ਼। ਜਿਨ੍ਹਾਂ ਘਰਾਂ ਦੇ ਵਿੱਚ ਸਾਈਕਲ ਨਹੀਂ ਸੀ, ਅੱਜ 2-2 ਗੱਡੀਆਂ ਖਲੋਤੀਆਂ ਫੋਰਚੂਨਰ। ਇਹ ਤੇਰੀ ਕਿਰਪਾ ਹੀ ਆ ਸਾਰੀ। ਜਿਨ੍ਹਾਂ ਘਰਾਂ ਦੀ ਛੱਤ 'ਚ ਆਉਂਦੀ ਸੀ
ਮੀਂਹ ਆਉਣਾ ਤੇ ਵਾਰੀ ਬੱਠਲ ਲੈ ਕੇ ਖੜੋਣਾ ਛੱਤ ਚੋਣੀ। ਅੱਜ 4-4 ਮੰਜ਼ਲੀਆਂ ਕੋਠੀਆਂ। ਸਤਿਗੁਰੂ ਤੇਰੇ ਘਰ ਘੱਟ ਹੈ ਕੋਈ ਨਹੀਂ, ਪਰ ਜਿਹਦੇ ਤੇ ਤੂੰ ਖੁਸ਼ ਹੋ ਜਾਣਾ ਨਾ, ਕਹਿੰਦੇ ਉਹ ਦਾਤਾ ਏ ਦਾਤਾਂ ਵਰਤਾਉਣ ਵਾਲਾ। ਤੂੰ ਝੋਲੀ ਫਲਾਈ ਜਾ ਚੁੱਪ ਕਰਕੇ, ਉਹਨੂੰ ਪਤਾ ਏ ਝੋਲੀ ਨੂੰ ਕਿਵੇਂ ਭਰਨਾ। ਤੂੰ ਝੋਲੀ ਵਧਾਈ ਜਾ ਚੁੱਪ ਕਰਕੇ, ਕਿਸੇ ਤਾਈ ਵੀ ਪਤਾ ਨਹੀਂ ਲੱਗਣ ਦਿੰਦਾ, ਤੇ ਜਿੱਦਣ ਦਿੰਦਾ ਦਿੰਦਾ ਚੁੱਪ ਕਰਕੇ। ਬਸ ਉਹਨੇ ਕਿਹੜਾ ਆਵਾਜ਼ ਦੇਣੀ, ਬਹਾਨੇ ਬਣਾਉਣਾ, ਤੁਹਾਡਾ ਬੱਚਾ ਕਿਤੇ ਨਾ ਕਿਤੇ ਟਿਕਾਣੇ ਲੱਗ ਜਾਣਾ, ਤੁਹਾਡੇ ਧੋਣੇ ਤੋਂ ਵਜਾਣੇ ਆ। ਗੱਲ ਇੰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬੜਾ ਕੁਝ ਸ਼ੁਕਰ ਹੈ ਸਤਿਗੁਰੂ। ਸਾਧ ਸੰਗਤ ਜੀ ਰੁੱਲ ਜਾਣਾ ਸੀ। ਮੈਂ ਤਾਂ ਕਹਿੰਦਾ ਨਾ ਮਹਾਰਾਜ ਤੇਰਾ ਸ਼ੁਕਰ ਹੈ। ਕਈ ਵਾਰ ਹੰਕਾਰ ਨਹੀਂ, ਕਈ ਕਹਿ ਦੇਣਗੇ ਬਾਬਾ ਜੀ ਤੁਹਾਡਾ ਵਧੀਆ ਵੀ ਰਾਗੀ ਸਿੰਘ ਵੀ 3 ਹੁੰਦੇ ਆ ਤੇ ਢਾਡੀ ਵੀ 4 ਹੁੰਦੇ, ਤੁਸੀਂ ਇਕੱਲੇ ਉਹਨੇ ਪੈਸੇ ਲੈ ਜਾਂਦੇ, ਇਕੱਲੇ ਹੈ। ਮੈਂ ਕਿਹਾ ਚਲੋ ਮਹਾਰਾਜ ਤੁਹਾਡੀ ਜਵਾਨ ਸੁਲੱਖਣੀ ਕਰੇ। ਇਹ ਤੇ ਮੇਰੇ ਗੁਰੂ ਅਰਜਨ ਸਾਹਿਬ ਨੂੰ ਪਤਾ ਵੀ ਮਹਾਰਾਜ ਮੇਰੇ ਬਾਰੇ ਜਾਣਦੇ ਵੀ ਮੇਰਾ ਪਰਿਵਾਰ ਕਿੱਡਾ ਕਾ, ਕਿੰਨੇ ਜਾਣੇ ਦਾਸ ਦੇ, ਚਲੋ ਦੇਣ ਵਾਲਾ ਤਾਂ ਗੁਰੂ ਆ, ਪਰ ਫਿਰ ਵੀ ਕਿੰਨੇ ਜਾਣੇ ਦਾਸ ਦੇ ਚਿਹਰੇ ਵੱਲ ਵੇਂਦੇ ਆ। ਆਪੋ ਆਪਣੇ ਪਰਿਵਾਰਾਂ ਦਾ ਪਤਾ ਹੁੰਦਾ ਏ। ਇਸ ਕਰਕੇ ਪਤਾ ਨਹੀਂ ਕਿਹੜੇ ਜੀ ਦੇ ਕਰਮਾਂ ਨੂੰ ਇੱਥੇ ਬੈਠੇ ਆ, ਸੰਗਤ ਪਿਆਰ ਕਰ ਰਹੀ। ਇਸ ਕਰਕੇ ਸਾਧ ਸੰਗਤ ਉਹ ਤਰਸੀ ਕਰਦਾ, ਤਰਸੀ ਕੀਤਾ ਹੈ। ਪਵਿੱਤਰ ਪੱਖੋ ਕਿਰਦਾਰੀ ਬ੍ਰਹਮ ਬਸਿਤ ਹੈ ਮੂਲ ਨਾਮ, ਨੇਗੀ ਲੈ ਸਗਾਈ ਆਏ ਪਰ ਸੁਲਤਾਨ ਹੈ। ਔਰ ਕਹਿੰਦੇ ਉਧਰੋਂ ਪੱਖੋ ਕੇ ਰੰਧਾਵਿਆਂ ਦੇ ਮੂਲਾ ਨਾਮ, ਮੂਲਾ ਚਾਉਣਾ। ਇੱਕ ਮੂਲਾ ਖੱਤਰੀ ਹੋਇਆ। ਮਹਾਰਾਜ ਜੀ ਸਹੁਰਾ ਸਾਹਿਬ ਦਾ ਨਾਂ ਸੀ ਮੂਲਾ ਚਾਉਣਾ। ਕੋ ਸਤਨਾਮ ਬਟਾਲੇ ਜਾਂਦੀ ਹੁੰਦੀ ਨਾ ਬਰਾਤ, ਉਹ ਪ੍ਰਸੰਗ ਆ ਗਿਆ ਹੁਣ। ਕਹਿੰਦੇ ਨੇਗੀ ਲੈ ਸਗਾਈ ਅਤ ਪੁਰ ਸੁਲਤਾਨ ਹੈ। ਕਹਿੰਦੇ ਉੱਥੋਂ ਦਾ ਖੱਤਰੀ ਆਪਣੀ ਸਗਾਈ ਲੈ ਕੇ ਆਪਣੇ ਨਾਲ ਜੋ ਵੀ ਉਸ ਸਮੇਂ ਦੇ ਲਾਗੀ ਸਨ ਜਾਂ ਪੰਡਤ ਸਨ, ਪ੍ਰੋਹਤ, ਉੱਥੋਂ ਦਾ ਜਿਹੜਾ ਸ਼ਗਨ ਵਿਹਾਰ ਸੀ ਉਹ ਸੁਲਤਾਨਪੁਰ ਲੈ ਕਰਕੇ ਆਏ ਹਨ। ਗੁੰਜਤ ਜਰਾਮ ਨਾਮ ਆਨ ਮਿਲਤਾ ਮਸੂ, ਭਲੇ ਸਨਮਾਨ ਕਾ ਬਿਸਾਈ ਸ਼ੁਭ ਥਾਨ ਹੈ। ਕਹਿੰਦੇ ਮੂਲਾ ਜੀ ਨੇ, ਮਹਾਰਾਜ ਦੇ ਸਹੁਰਾ ਸਾਹਿਬ ਜੀ ਨੇ ਇੱਕ ਲਾਗੀ ਭੇਜਿਆ ਹੈ ਉੱਥੋਂ, ਤੇ ਉੱਥੋਂ ਲਾਗੀ ਸੁਲਤਾਨਪੁਰ ਆਇਆ ਤੇ ਪੁੱਛਦਾ ਹੈ ਕਿ ਇੱਥੇ ਜੈ ਰਾਮ ਜੀ ਦਾ ਘਰ ਕਿਹੜਾ ਹੈ। ਤੇ ਘਰ ਲੱਭਦਿਆਂ, ਹੁਣ ਜਿਹੜੇ ਘਰ 'ਚ ਨਾਨਕ ਜੀ ਰਹਿੰਦੇ ਉਹਨੂੰ ਘਰ ਕਿਤੇ ਛੁਪਿਆ। ਅੱਜ ਵੀ ਸੁਲਤਾਨਪੁਰ ਜਿਹੜਾ ਨਵਾਂ ਬੰਦਾ ਆਵੇ ਤੇ ਉਹਨੂੰ ਕੁਛ ਨਾ ਜਾਣਦਾ ਹੋਵੇ, ਉਹਨੇ ਕਹਿਣਾ ਬੇਰ ਸਾਹਿਬ ਕਿੱਥੇ ਆ। ਬਾਬੇ ਦੇ ਘਰ ਦੀਆਂ ਤੇ 3 ਲੋਕਾਂ 'ਚ ਬਾਤਾਂ। ਇਸ ਕਰਕੇ ਬਾਬੇ ਦੇ ਘਰ ਨੂੰ, ਭਾਈਆ ਜੈ ਰਾਮ ਦੇ ਘਰ ਨੂੰ ਲਾਗੀ ਲੱਭਦਾ ਹੈ। ਕਿਸੇ ਨੇ ਆਖਿਆ ਉਹ ਉੱਥੋਂ ਸੱਜੇ, ਉੱਥੋਂ ਖੱਬੇ, ਖੱਬਿਓਂ ਫੇਰ ਸੱਜੇ ਜਾ ਕੇ ਵਿੱਚ ਇੱਕ ਖੂਹ, ਤੇ ਖੂਹ ਦੇ ਕੰਢੇ ਤੇ ਬੇਬੇ ਨਾਨਕੀ ਦਾ ਘਰ ਹੈ। ਉਸ ਘਰ ਦੇ ਵਿੱਚ ਲਾਗੀ ਪਹੁੰਚ ਗਿਆ ਤੇ ਬੜਾ ਸਤਿਕਾਰ ਕਰਕੇ ਬਿਠਾਉਣਾ ਕੀਤਾ। ਨਾਨਕੀ ਸੰਤ ਹਰਿ ਖੰਤੇ ਅਨਮੇਵ ਅੰਗ, ਬੋਲੀ ਕੁਲ ਬਧੂ ਜੋ ਵਿਦਾਈ ਦੇ ਤਮਾਨ ਹੈ। ਕਹਿੰਦੇ ਫਿਰ ਬੇਬੇ ਨੂੰ ਚਾਅ ਚੜ ਗਿਆ, ਭੈਣਾਂ ਕਿਤੇ ਲੱਭਦੀਆਂ, ਕਿਤੇ ਖੁੱਲੀ ਨਹੀਂ ਸਮਾਉਂਦੀ ਭੈਣ ਵਿਚਾਰੀ। ਚਾਅ ਇੰਨਾ ਬੇਬੇ ਨੂੰ ਕਿ ਮੇਰੇ ਨਾਨਕ ਦਾ ਵਿਆਹ ਹੋਣਾ ਹੈ। ਕਹਿੰਦੇ ਆਂਢਣਾ ਗੁਆਂਢਣਾ ਨੂੰ ਕਹਿੰਦੀਆਂ ਆਜੋ ਭੈਣੋ। ਅੱਜ ਵੀ ਜਿੰਨਾ ਬੀਬੀਆਂ ਦਾ ਤੇ ਹੁੰਦਾ ਨਾ, ਕੋਈ ਵੀ ਗੱਲ ਹੋਵੇ ਤੇ ਸਾਰੀਆਂ ਨੂੰ ਸੱਦ ਕੇ ਲਿਆਉਣਗੀਆਂ, ਆਜੋ ਨਹੀਂ ਮੇਰੇ ਘਰ। ਇਹ ਵੀ ਪੁਰਾਣਿਆਂ 'ਚ ਸੀ, ਹੋਣ ਵਾਲਿਆਂ ਦਾ ਤੇ ਗਿਆ ਕੰਮ। ਪੁਰਾਣੇ ਅਜੇ ਵੀ ਜਿੰਨੇ ਕੁ ਜਿਉਂਦੇ ਰੱਖਦੇ ਪ੍ਰੇਮ ਪਿਆਰ ਇੱਕ ਦੂਜੇ ਨਾਲ, 5-5 7 ਜਾਣੀਆਂ ਇਕੱਠੀਆਂ ਬਹਿ ਜਾਂਦੀਆਂ। ਆ ਜਿਹੜੇ ਆਉਣ ਵਾਲੇ ਇਹਨਾਂ ਤੇ ਕਮਰਿਆਂ 'ਚ ਹੀ ਮਰ ਮੁਰ ਜਾਣਾ, ਮਾਫ ਕਰਿਓ। ਇਹਨਾਂ ਦੇ ਫੋਨਾਂ 'ਚ ਹੀ ਇਹਨਾਂ ਨੂੰ ਅਟੈਕ ਹੋ ਜਾਣੇ। ਜਿਹੜੇ ਲੱਛਣ ਵੀ ਜਿੰਨੀ ਨਵੀਂ ਪਨੀਰੀ, ਜੇ ਨਵੀਆਂ ਵਿਆਹੀਆਂ ਬੱਚੀਆਂ, ਕੋਈ ਚੰਗਾ ਪਰਿਵਾਰ ਹੋਵੇ ਤੇ ਠੀਕ ਆ, ਸਾਰਿਆਂ 'ਚ ਬਹੂਗੀ ਆ ਕੇ ਨੌਂ ਧੀ ਪਿਆਰ ਦੀਆਂ ਗੱਲਾਂ, ਨਹੀਂ ਤੇ ਰੂਮ ਦੇ ਅੰਦਰੋਂ ਕੁੰਡੀ ਤੇ ਲੈਪਟਾਪ ਤੇ ਉਂਗਲਾਂ ਮਾਰੀ ਜਾਂਦੀ। ਕੋਈ ਕਿਸੇ ਨੂੰ ਜੀ ਆਇਆ ਨਹੀਂ, ਕੋਈ ਚਾਹ ਨਹੀਂ, ਕੋਈ ਪਾਣੀ ਨਹੀਂ, ਲੈਣਾ ਦੇਣਾ ਨਹੀਂ, ਕੋਈ ਬੁਲਾ ਕੇ ਰਾਜੀ ਨਹੀਂ। ਆ ਪਿੱਛੇ ਜੇ ਇੱਕ ਹਸਾਵੇ, ਕਹਿੰਦੇ ਜੀ ਸਾਹ ਘਟਣ ਲੱਗ ਪਏ, ਸਾਹ ਨਹੀਂ ਆਉਂਦਾ ਵੀ ਕਰੋਨਾ। ਉਹ ਕਹਿੰਦਾ ਸਾਹ ਕਿੱਥੋਂ ਆਉਣਾ,
ਪੁਰਾਣੇ ਬਜ਼ੁਰਗ ਬੋਹੜ ਥੱਲੇ ਪਿੱਪਲ ਥੱਲੇ ਬਹਿੰਦੇ ਸੀ ਜਿੱਥੇ ਖੁੱਲੀ ਆਕਸੀਜਨ ਸੀ। ਕਹਿੰਦਾ ਕੋਠੀਆਂ ਦੇ ਰੂਮ ਤੇ ਥੱਲੇ ਭੋਰੇ ਵਾਂਗੂ ਬਣਾਏ ਤੇ ਬੂਹੇ ਇੰਨੇ ਲਾਏ ਤੇ ਸਾਹ ਕਿਧਰ ਦੀ ਆਵੇ, ਆਖੋ ਸਤਿਨਾਮ। ਤੇ ਗੱਲ ਸੱਚੀ ਵੀ ਹੈ, ਪਹਿਲੇ ਕੋਠਿਆਂ ਤੇ ਸੌਂਦੇ ਸੀ, ਬੋਹੜਾਂ ਥੱਲੇ ਬਹਿੰਦੇ ਸੀ, ਆਕਸੀਜਨ ਪ੍ਰੋਪਰ ਮਿਲਦੀ ਸੀ, ਬਿਮਾਰੀ ਘੱਟ। ਹੁਣ ਇੰਨੇ ਰੂਮ ਤੇ ਇੰਨੇ ਬੂਹੇ ਤੇ ਅੰਦਰ ਤੇ ਤਾਜ਼ੀ ਹਵਾ ਲੱਭਣੀ ਨਹੀਂ, ਤੇ ਅੰਦਰ ਘੁਟੰਗ ਲੈ ਲੈ ਕੇ ਗੰਦੀ ਹਵਾ ਅੰਦਰ ਜਾਂਦੀ, ਗੰਦੀ ਛੱਡੀ ਜਾਂਦੇ, ਤੇ ਉਹਨੇ ਰੋਗੀ ਕਰਨਾ। ਇਹ ਬੜਾ ਵੱਡਾ ਤੱਤ ਲੱਭਿਆ ਵਾ। ਜਿਹੜੇ ਸੈਰ ਕਰੋਗੇ ਨਾ ਅੱਜ ਜਾਂ ਖੁੱਲੀ ਥਾਂ ਤੇ ਬਾਜੋਗੇ, ਇਹ ਜਿੰਨੇ ਮਹਿਲ ਆਪਾਂ ਛੱਤ ਲਏ ਨਾ ਤੇ ਅੰਦਰ ਹੀ ਬੈਠੇ ਰਹਿੰਦੇ 12-14 ਘੰਟੇ, ਕਈ ਨਿਕਲਦੇ ਨਹੀਂ ਜੀ, ਜਿਵੇਂ ਨਜ਼ਰ ਲੱਗਦੀ ਹੁੰਦੀ ਨਾ, ਅੰਦਰੇ ਬਸ ਰਹਿੰਦੇ ਆ ਤੇ ਅੰਦਰ ਰਹਿ ਰਹਿ ਕੇ ਉਹ ਹਵਾ ਛੱਡੀ ਜਾਣੀ, ਕਮਰੇ ਦਾ ਬੂਹਾ ਬੰਦ, ਉਹੋ ਹੀ ਫੇਰ ਅੰਦਰ ਤੁਰੀ ਜਾਣੀ, ਫਿਰ ਉਹਨੇ ਨੁਕਸਾਨ ਕਰਨਾ। ਆ ਤੁਹਾਡੇ ਤੇ ਕਰਮ ਚੰਗੇ, ਨਾਲੇ ਸੈਰ ਹੋ ਜਾਂਦੀ, ਨਾਲੇ ਆ ਮੋਤੀਆਂ ਦੀ ਝੋਲੀ ਭਰ ਕੇ ਲਿਜਾਨੇ। ਇਹ ਤੇ ਭਾਗ ਚੰਗੇ ਜਿਹੜਾ ਤੁਸੀਂ ਗੁਰੂ ਘਰ ਨੂੰ ਤੁਰ ਪੈਂਦੇ ਨਾ। ਆ ਵੇਖੋ ਆਨੰਦ ਵਾਤਾਵਰਨ ਦਾ। ਪੁਰਾਣੇ ਬੰਦੇ ਤਾਈਓ ਛੇਤੀ ਹਸਪਤਾਲ ਨਹੀਂ ਸੀ ਜਾਂਦੇ, ਉਹ ਤੇ ਤੁਰ ਹੀ ਇੰਨਾ ਲੈਂਦੇ ਸੀ ਵੀ ਛੱਡ ਦਿਓ ਗੱਲ। 5-5 10-10 ਕਿਲੋਮੀਟਰ ਤੇ ਰੋਜ਼ ਦਾ ਪੈਂਦਾ ਹੀ ਸੀ। ਇੱਦਾਂ ਪਾਥੀਆਂ ਲੈਣ ਚਲੇ ਗਏ, ਗੋਹਾ ਲੈਣ ਆ ਗਏ, ਲੱਕੜਾਂ ਛੱਡਣ ਗਏ, ਚਲੇ ਮਿੱਟੀ ਲੈ ਚੁੱਲ੍ਹਿਆਂ ਨੂੰ ਲਾ ਲਈ, ਕੰਮ ਜ਼ਿਆਦੇ ਸੀ। ਹੁਣ ਸਿਰਫ ਕੁਛ ਨਹੀਂ, 1-2 ਬੱਚੇ ਬਾਹਰ ਗਏ ਆ, ਉਹ ਉੱਧਰੋਂ ਪਾ ਦਿੰਦੇ ਗੁਜ਼ਾਰੇ ਚੁੱਕੇ। ਆਪਾਂ ਅੰਦਰ ਕੋਠੀ ਨੂੰ ਕੁੰਡੀ ਲਾਈ ਤੇ ਟੀਵੀ ਵੇਖ ਵੇਖ ਕੇ ਟੀਵੀ ਹੋ ਗਿਆ, ਆਖੋ ਸਤਿਨਾਮ। ਮੁਸਤਾਖੀ ਮਾਫ ਕਰਿਓ। ਮੈਂ ਅੱਜ ਦਾ ਵੀ ਪਹਿਰਾ ਵਿੱਚ ਥੋੜਾ ਜਿਹਾ ਰੱਖ ਲੈਣਾ, ਜ਼ਰੂਰੀ ਆ। ਤੂੰ ਇਸ ਕਰਕੇ ਕਹਿੰਦੇ ਬੇਬੇ ਨੂੰ ਚਾਅ ਚੜਿਆ, ਆਂਢਣਾ ਗਵਾਂਢਣਾ ਨੂੰ ਜਾ ਕੇ ਸਾਰੀਆਂ ਨੂੰ ਆਵਾਜ਼ਾਂ ਮਾਰ ਕੇ ਬੁਲਾਉਣਾ ਕੀਤਾ। ਕੁਲ ਰੀਤ ਮਿਲ ਗਾਵਤ ਹੈ ਗੀਤ ਤੇ ਅਨੇਕ ਉਤਸ਼ਾਹ, ਕਿਨ ਦਿਨ ਬਹੁਦਾਨ ਹੈ। ਸਾਧ ਸੰਗਤ ਜੀ, ਧੀਆਂ ਰੌਣਕ ਹੁੰਦੀਆਂ ਵਿਹੜੇ ਦੀ, ਧੀਆਂ ਤੇ ਧਰੇਕਾਂ। ਧੀਆਂ ਧਰੇਕਾਂ ਕੀ ਹੁੰਦੀਆਂ? ਨਾ ਹੁਣ ਧੀਆਂ ਹੀ ਰਹਿ ਗਈਆਂ ਤੇ ਨਾ ਧਰੇਕਾਂ ਹੀ ਰਹਿ ਗਈਆਂ, ਕਿਉਂਕਿ ਕੋਠੀ ਪਾਲੀ 25 ਪਲਾਟ 'ਚ, ਰੁੱਖ ਕੋਈ ਹੈਗਾ ਨਹੀਂ। ਅੱਗੇ ਕਹਿਣਾ ਘਰ 'ਚ 2 ਧਰੇਕਾਂ ਲਾਓ ਨਿੰਮਾਂ, ਉਹਨਾਂ ਦੀ ਛਾਂ ਬੜੀ ਗੂੜੀ ਹੈ, ਤੇ ਉਸ ਨਿੰਮ ਦੇ ਉੱਤੇ ਕੋਈ ਨਾ ਕੋਈ ਚਿੜੀ ਘੁੱਗੀ ਨੇ ਆਲ੍ਹਣਾ ਪਾਉਣਾ ਤੇ ਵਿਹੜੇ 'ਚ ਰੌਣਕ ਹੁੰਦੀ ਸੀ। ਸਵੇਰੇ ਸਵੇਰੇ ਜਿਹੜਾ ਪੰਛੀ ਰੁੱਖ ਤੇ ਰਹਿੰਦਾ ਉਹਨੇ ਤੜਕੇ 3 ਵਜੇ ਬੋਲ ਪੈਣਾ। ਹੁਣ ਤੇ ਜੱਬ ਹੀ ਮੁਕਾਤੇ, ਕਹਿੰਦੇ ਜੀ ਪੱਤੇ ਡਿੱਗਦੇ ਆ। ਕਈਆਂ ਦੇ ਘਰਾਂ 'ਚ ਜਿਹੜੇ ਸੋਹਣੇ ਰੁੱਖ ਸੀ ਤੇ ਬੀਬੀਆਂ ਨੇ ਕਹਿ ਕੇ ਵਢਾਏ, ਭਈਏ ਨੂੰ ਕਹਿੰਦੀਆਂ ਲਿਆ ਕੁਹਾੜਾ ਉਡਾ ਦੇ। ਉਹ ਕਹਿੰਦੇ ਮੇਰੀ ਦਾਦੀ ਨੇ ਲਾਏ ਸੀ, ਕਹਿੰਦੇ ਜਿੱਧਰ ਦਾਦੀ ਗਈ ਉਧਰ ਧਰੇਕ ਘੱਲ ਦਿਓ, ਆਖੋ ਸਤਿਨਾਮ। ਦਾਦੀ ਨੇ ਲਾਈ ਤੇ ਹੁਣ ਧਰੇਕ ਦਾਦੀ ਦੀ ਰੱਖ ਛੱਡਣੀ। ਪਹਿਲੇ ਸਮੇਂ ਕਹਿਣਾ ਬਜ਼ੁਰਗ ਮਰਨਾ ਤੇ ਬੂਟਾ ਲਾਉਣਾ ਵੀ ਯਾਦ ਰਹੂਗੀ। ਹੁਣ ਸਾਡੀ ਦਾਦੀ ਨੇ ਲਾਈਆਂ ਧਰੇਕਾਂ, ਅਗਲਿਆਂ ਨੇ ਫੱਕੀਆਂ ਉਡਾਤੀਆਂ, ਪੱਤਾ ਤੱਕ ਨਹੀਂ ਰਹਿਣ ਤਾਂ ਕਹਿੰਦੇ ਗੰਦ ਪੈਂਦਾ। ਦਾਦੀ ਕੀ ਤਾਂ ਕਿੱਥੇ ਚਿੜੀ ਘੁੱਗੀ ਬਣੀ ਹੈ ਤੇ ਅਸੀਂ ਰੋਜ਼ ਬੋਕਰ ਫੇਰੀਏ। ਸਾਡੇ ਘਰ 'ਚ ਸਫਾਈ ਕਰ ਦਿਓ, ਆਉਣ ਲਈ ਪੱਤਾ ਨਹੀਂ ਦਿਸਣਾ ਚਾਹੀਦਾ। ਤੇ ਰੱਬ ਵੀ ਕਹਿੰਦਾ ਹੋਣਾ ਜੇ ਪੱਤਾ ਨਹੀਂ ਦਿਸਣਾ ਚਾਹੀਦਾ ਤੇ ਆਉਣ ਵਾਲੇ 10 ਸਾਲਾਂ 'ਚ ਤੁਸੀਂ ਵੀ ਨਹੀਂ ਇੱਥੇ ਦਿਸਣਾ। ਫਿਰ ਆਖੋ ਸਤਿਨਾਮ। ਇਹ ਪੱਤਿਆਂ ਨਾਲ ਹੀ ਆਪਾਂ ਵੱਸਦੇ, ਰੁੱਖਾਂ ਨਾਲ ਹੀ ਬਹੁਤੀ ਸਫਾਈ ਕਰਦੇ। ਸੱਚੀ ਸਫਾਈ ਹੋ ਚੱਲੀ। ਰੋਟੀ ਸਾਨੂੰ ਨਹੀਂ ਪਚਣ ਦਈ, ਪਨੀਰ ਸਾਨੂੰ ਨਹੀਂ ਪਚਦਾ, ਦੁੱਧ ਸਾਨੂੰ ਨਹੀਂ ਪਚਣ ਦਿਆ, ਗਿਰੀ ਸਾਨੂੰ ਨਹੀਂ ਪਚਣ ਦਈ। ਸਿਰਫ ਕਈਆਂ ਦੇ ਇੱਦਾਂ ਦੇ ਨੁਕਸ ਪੈ ਗਏ, ਐਨਰਜੀ ਹੋ ਗਈ, ਉਹ ਸਿਰਫ ਦਲੀਆ ਹੀ ਖਾਂਦੇ। ਇਹ ਖਤਮ ਹੀ ਹੈ ਕਹਾਣੀ, ਇਹ ਕਥਾ ਲੱਭਣੀ ਨਹੀਂ। ਹੁਣ ਤਾਂ ਹੈ ਨਹੀਂ ਕੁਛ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਜਦੋਂ ਬੇਬੇ ਜੀ ਭੈਣਾਂ ਨੂੰ ਮਾਰੀ ਆਵਾਜ਼, ਪਹਿਲਾ ਸਮਾਂ 500 ਸਾਲ ਪਿੱਛੇ ਜਾਓ, ਭੈਣਾਂ ਤੇ ਡੀਕਦੀਆਂ ਸੀ ਕੋਈ ਆਵਾਜ਼ ਮਾਰੇ। ਉਦੋਂ ਲੋਕੀ ਫ੍ਰੀ ਹੁੰਦੇ ਸੀ, ਪਿਆਰ ਹੁੰਦੇ ਸੀ। ਅੱਗੇ 10-10 ਦਿਨ ਗਾਉਣ ਗਾਉਂਦੇ ਸੀ ਵਿਆਹ 'ਚ ਲੋਕੀ। ਹੁਣ ਤੇ ਪਤਾ ਉਦੋਂ ਲੱਗਦਾ ਜਦੋਂ ਮੁੰਡਾ ਕੁੜੀ ਕਹਿੰਦੇ ਕੋਰਟ ਮੈਰਿਜ ਕਰਾ ਲਈ। ਆਪੋ ਘਰ ਦੇ ਵਿਚਾਰੇ ਮੂੰਹ ਹੀ ਸਵਾਰਦੇ ਰਹਿੰਦੇ, ਲੱਡੂ ਬਣਾਵਾਂਗੇ, ਹਲਵਾਈ ਲਾਵਾਂਗੇ। ਉਹ ਕਹਿੰਦੇ ਲੋੜ ਹੀ ਨਹੀਂ ਤੁਹਾਨੂੰ, ਆਪੇ ਕਰ ਲੈਣਾ। ਤੇ ਇਸ ਕਰਕੇ ਤੁਸੀਂ ਕਾਹਤੋਂ ਚਿੰਤਾ ਕਰਨੀ ਐਵੇਂ। ਤੂੰ ਬੇਬੇ ਜੀ ਨੇ ਸਾਰੀਆਂ ਸਹੇਲੀਆਂ ਨੂੰ ਬੁਲਾਇਆ, ਇੱਕ ਚਾਅ ਚੜ ਗਿਆ ਸਾਰਾ ਘਰ। ਕਹਿੰਦੇ ਜਦੋਂ ਧੀਆਂ ਭੈਣਾਂ ਆਈਆਂ ਤੇ ਘਰ ਭਰ ਗਿਆ। ਮੁਹੱਬਤ ਹੈ ਨਾ। ਅੱਜ ਵੀ ਜਿਨ੍ਹਾਂ ਦੇ ਪਰਿਵਾਰਾਂ 'ਚ 3-4 ਧੀਆਂ ਜਦੋਂ ਆਉਂਦੀਆਂ ਵਿਆਹ ਸ਼ਾਦੀ, ਘਰ ਧੀਆਂ ਨਹੀਂ ਫੱਬਦੇ। ਤੇ ਇਸ ਕਰਕੇ ਕਵੀ ਰਾਜ ਜੀ ਕਹਿੰਦੇ ਸਾਰੀਆਂ ਆ ਗਈਆਂ ਤੇ ਬੋਲੀਆਂ ਪਾ ਕੇ ਗੀਤ ਗਾ ਰਹੀਆਂ ਹਨ। ਪਰ ਕਿਉ ਜੁਰਮ ਕੋ ਬੰਧਵ ਭੁਲੇ, ਧਾਮ ਕਟਿਕਾ ਵਿਚਾਰ ਕੰਜ ਨੈਣ ਕੋ ਬਿਠਾਇਓ ਹੈ। ਫਿਰ ਕਹਿੰਦੇ ਕੀ ਕੀਤਾ। ਉਸ ਵੇਲੇ ਜੈ ਰਾਮ ਜੀ ਵੀ ਬੜੇ ਖੁਸ਼ ਹੋਏ।
ਤੇ ਸਾਰੇ ਸਾਕ ਸੰਬੰਧੀਆਂ ਨੂੰ ਬੜੇ ਆਦਰ ਦੇ ਨਾਲ ਆਪਣੇ ਘਰ ਸੱਦਿਆ ਤੇ ਬਿਠਾਉਣਾ ਕੀਤਾ। ਵੱਡੇ ਵੱਡੇ ਪਲੰਘੇ ਹੁੰਦੇ ਸੀ ਪੁਰਾਣੇ, ਉੱਤੇ ਫੁੱਲਾਂ ਵਾਲੀਆਂ ਚਾਦਰਾਂ ਵਿਛਾ ਦੇਣੀਆਂ ਜਿਹੜੀਆਂ ਚਰਖਿਆਂ ਤੇ ਕੱਢੀਆਂ। ਹੁਣ ਜਿਨ੍ਹਾਂ ਨੇ ਸਮਾਂ ਵੇਖਿਆ ਉਹਨਾਂ ਨੂੰ ਯਾਦ ਆ ਜਾਣਾ ਸਾਰਾ ਕੁਝ। ਮੈਂ ਤੇ ਵੇਖਿਆ ਨਹੀਂ, ਮੈਂ ਪੜ੍ਹਿਆ ਤੁਹਾਡੇ ਸਾਹਮਣੇ। ਕਹਿੰਦੇ ਬੈੱਡ ਲਾਗੇ ਤੇ ਫੁੱਲਾਂ ਵਾਲੀਆਂ ਚਾਦਰਾਂ ਜਿਹੜੀਆਂ ਭੈਣਾਂ ਰਾਤ ਨੂੰ ਕੱਢਦੀਆਂ ਸੀ। ਅੱਗੇ ਰਾਤ ਨੂੰ ਚਰਖਾ ਚੱਲਦਾ ਸੀ, ਹੁਣ WhatsApp ਚੱਲਦਾ। ਅੱਗੇ ਚਰਖਾ ਚੱਲਦਾ ਸੀ, ਹੁਣ Facebook ਚੱਲਦੀ ਹੈ। ਲੈ ਕੇ ਬਹਿ ਗਈ ਸਾਰਿਆਂ ਨੂੰ, 24 ਘੰਟੇ ਇੱਦਾਂ ਇੱਦਾਂ ਹੀ ਕਰੀ ਜਾਂਦੇ ਹੈ। ਥੋੜ੍ਹਾ ਜਿਹਾ ਦੂਰੋਂ ਵੇਖਿਆ ਕਰੋ, ਨਹੀਂ ਤੇ ਅੱਖਾਂ ਚੱਲ ਜਾਣੀਆਂ ਜੀ। ਤੋ ਇਸ ਕਰਕੇ ਕਹਿੰਦੇ ਸਨ ਕਿ ਉਹ ਬੇਬੇ ਨਾਨਕੀ ਨੇ ਜਿਹੜੀਆਂ ਚਾਦਰਾਂ ਕੱਢੀਆਂ ਸੀ ਨਾ ਬੂਟੀਆਂ ਵਾਲੀਆਂ, ਤੇ ਸਹੇਲੀਆਂ ਨੂੰ ਕਹਿੰਦੀ ਲਿਆਓ ਨਹੀਂ ਤੁਸੀਂ ਵੀ। ਪਹਿਲਾਂ ਬਿਸਤਰੇ ਵੀ ਇਕੱਠੇ ਕਰਦੇ ਸੀ ਨਾ, ਉਹ ਤੇ ਮੈਂ ਆਪਣੀ ਸੁਰਤ 'ਚ ਵੇਖਿਆ ਬਿਸਤਰੇ ਇਕੱਠੇ ਕਰਦੇ। ਨਾਲੇ ਹੁਣ ਲਿਆਓ ਕੋਈ, ਪਹਿਲੀ ਗੱਲ ਹੁਣ ਲਿਆਉਣੇ, ਜੇ ਕਿਸੇ ਲਿਆਂਦਾ ਕਿਸੇ ਪੈਣਾ ਹੀ ਨਹੀਂ। ਹੰਕਾਰ ਪਤਾ ਕਿੰਨਾ ਕੀਤਾ, ਜੂਆਂ ਵਾਲਾ ਬਿਸਤਰਾ। ਮੈਂ ਕਿਹਾ ਪਾ ਇੰਨੇ ਹੰਕਾਰ ਗਿਆ ਆਪਾਂ। ਪਹਿਲਾਂ ਪਿਆਰ ਸੀ ਬਿਸਤਰਿਆਂ ਬਗਾਨਿਆਂ 'ਚ, ਹੁਣ ਤੇ ਬੰਦਾ ਇੱਕ ਸੂਟ ਪਾ ਲੇ ਦੂਜੀ ਵਾਰੀ ਕਹਿੰਦਾ ਰਿਵਾਜ਼ ਲੰਘ ਗਿਆ, ਤੇ ਬਗਾਨੇ ਬਿਸਤਰੇ 'ਚ ਕਿਹੜਾ ਸੌਂ। ਤੋ ਇਸ ਕਰਕੇ ਕਿਸੇ ਨੂੰ ਦਾਨ ਕਰਨ ਦੀ ਨਹੀਂ ਵਾਹ। ਗਰੀਬ ਸਮਝ ਕੇ ਕਿਸੇ ਨੂੰ ਕਹਿ ਦੋ ਨਾ ਵੀ ਆਹ ਕੱਪੜਾ ਲੈ ਲਾ ਵੀ ਪਾ ਲਈ, ਉਹਦੇ ਚੌਕੇ ਮਾਰਦੇ ਹੀ ਅਗਲੇ ਭਾਵੇਂ ਕਹਿੰਦੇ ਨੰਗੇ ਰਹਿਣਾਂਗੇ, ਤੇਰਾ ਨਹੀਂ ਪਾਉਣਾ। ਤੋ ਇਸ ਕਰਕੇ ਪਹਿਲਾਂ ਪਿਆਰ ਹੁੰਦਾ ਸੀ, ਆਪ ਮੰਗ ਲੈਣਾ, ਕਹਿਣਾ ਵੀ ਲਿਆਓ ਸਾਨੂੰ ਦੇ ਦਿਓ ਜੇ ਵਾਧੂ ਆ। ਤੇ ਸੰਗਤੇ ਜਿਹਨੇ ਗਰੀਬੀ ਵੇਖੀ ਉਹਨੂੰ ਪਤਾ। ਤੋ ਇਸ ਕਰਕੇ ਕਹਿੰਦੇ ਬੇਬੇ ਨੇ ਸਹੇਲੀਆਂ ਨੂੰ ਸਾਰਿਆਂ ਨੂੰ ਆਵਾਜ਼ ਮਾਰੀ। ਸੋਹਣੀਆਂ ਚਾਦਰਾਂ ਵਿਛ ਗਈਆਂ। ਭਾਈਆ ਜੈ ਰਾਮ ਜੀ ਬੂਹੇ 'ਚ ਖੜੋਤੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹਨ। ਅਸੀਸ ਦਿਨ ਅਛਤ ਲਗਾਏ ਮਿਸ਼ਟਾਨ ਮੁਖ ਪਾਇਓ ਹੈ। ਹਾਏ ਹਾਏ, ਹੁਣ ਤਾਂ ਜੀ ਕਰਨ ਲੱਗ ਪਿਆ ਆਖੋ ਸਤਿਨਾਮ। ਕਹਿੰਦੇ ਬੇਬੇ ਨੇ ਮਿੱਠੇ ਚੌਲ ਬਣਾਏ ਦਹੀਂ ਵਾਲੇ, ਬੜੇ ਸਵਾਦ ਵਿੱਚ ਲੌਂਗ ਲਾਚੀਆਂ ਪਾ ਕੇ। ਤੇ ਬ੍ਰਾਹਮਣ ਜਿਹੜੇ ਮੌਕੇ ਦੇ ਸਤਿਕਾਰਯੋਗ ਸੀ, ਜਿੱਦਾਂ ਗੁਰੂ ਕੇ ਗ੍ਰੰਥੀ ਹੈ। ਇੱਥੇ ਸ਼ਬਦ ਪੰਡਤ ਆਇਆ। ਪੰਡਤ ਉਹਨੂੰ ਕਹਿੰਦੇ ਆ ਜਿਹੜਾ ਗਿਆਨਵਾਨ ਹੈ। ਜਿੱਦਾਂ ਮਾਰੇ ਕਹਿੰਦੇ ਨਾ ਕਿ ਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਪ੍ਰਾਣ ਜੀਓ। ਹੋਰ ਕਿਤੇ ਸਿੱਖਾਂ ਨੂੰ ਧਰਾ ਕੇ ਵੀ ਭੋਗ ਤੇ ਪੰਡਤ ਨੂੰ ਸੱਦ ਲਿਓ। ਉੱਥੇ ਪੰਡਤ ਦੀ ਅਰਥ ਹੈ ਜਿਹੜਾ ਗੁਣਵਾਨ ਹੈ, ਜਿਹਨੇ ਗੁਣ ਸਿੱਖਿਆ ਨਾ ਮਹਾਰਾਜ ਦਾ, ਉਹਦੀ ਇੱਜ਼ਤ ਕਰਿਆ ਕਰੋ, ਉਹਦਾ ਸਤਿਕਾਰ ਕਰਿਆ ਕਰੋ। ਤਾਂ ਫਿਰ ਜਿਹੜੇ ਗੁਣਵਾਨ ਸੀ ਪੰਡਤ ਉਸ ਵੇਲੇ, ਉਹਨਾਂ ਨੂੰ ਘਰ 'ਚ ਬੁਲਾਇਆ ਗਿਆ। ਪਹਿਲਾਂ ਉਹਨਾਂ ਨੂੰ ਛਕਾਏ ਚੌਲ ਦਹੀਂ ਪਦਾਰਥ, ਤੇ ਬਾਅਦ ਵਿੱਚ ਸਾਰੀ ਸੰਗਤ ਨੂੰ। ਤੇ ਹੁਣ ਪਹਿਲਾਂ ਆਪ ਛਕੀ ਦੇ ਤੇ ਬਾਅਦ 'ਚ ਮਹਾਰਾਜ ਦਾ ਚੇਤਾ ਆਉਂਦਾ। ਇਹ ਕਈਆਂ ਨੂੰ ਮੈਂ ਵੇਖਿਆ ਪਤਾ ਕੀ ਕਰਦੇ, ਮੰਨ ਲਾ ਹਲਵਾਈ ਲੱਗਾ, ਚੌਲ ਵੀ ਥੋੜ੍ਹੇ ਜਿਹੇ ਖਾ ਲਏ, ਮਿੱਠਾ ਵੇਖ ਲਿਆ, ਦਹੀਂ ਵੀ ਚੈੱਕ ਕਰ ਲਿਆ, ਸਬਜ਼ੀ ਵੀ, ਤੇ ਮੁੜ ਕੇ ਥਾਲੀ 'ਚ ਪਾ ਕੇ ਕਹਿੰਦੇ ਮਹਾਰਾਜ ਨੂੰ ਭੋਗ ਲਵਾ ਲਿਆ ਵਾ ਕੋ ਸਤਨਾਮ। ਮੈਂ ਅੱਖਾਂ ਨਾਲ ਵੇਖਿਆ, ਕੋਈ ਮੇਰੇ ਰਿਸ਼ਤੇਦਾਰ ਸੀ। ਮੈਂ ਕਿਹਾ ਇਹ ਕੀ ਚੈੱਕ, ਭੋਗ ਤੇ ਉਦੋਂ ਹੀ ਲੱਗ ਗਿਆ ਜਦੋਂ ਰਸੋਈ 'ਚ ਮਿੱਠਾ ਵੇਖ ਲਿਆ, ਲੂਣ ਵੇਖ ਲਿਆ ਸਭ, ਤੇ ਮੁੜ ਕੇ ਥਾਲੀ 'ਚ ਪਾ ਕੇ। ਤੇ ਗੁਰੂ ਗ੍ਰੰਥ ਸਾਹਿਬ ਭੋਗ ਤਾਂ ਹੁੰਦਾ ਵੀ ਛੇੜਨਾ ਨਹੀਂ ਚੀਜ਼ ਨੂੰ, ਵੀ ਜਿੱਦਾਂ ਦੀ ਬਣੀ ਰੱਖ ਕੇ ਤੇ ਭੋਗ ਲਵਾ ਕੇ ਬਾਅਦ 'ਚ ਪਾ ਲਓ। ਉਹਨੇ ਪਹਿਲਾਂ ਕਹਿੰਦੇ ਲੈ ਬਾਬਾ ਜੀ ਇੱਦਾਂ ਕਿੱਦਾਂ ਪਤਾ ਲੱਗੂ। ਮੈਂ ਕਿਹਾ ਗੱਲ ਵੀ ਤੁਹਾਡੀ ਸਹੀ ਹੈ। ਉਹ ਕਹਿੰਦੇ ਜੇ ਲੂਣ ਵੱਧ ਹੋਇਆ ਮਿਰਚ ਘੱਟ ਤੇ ਮਹਾਰਾਜ ਗੁੱਸੇ ਕਰਨੇ ਆ। ਸਤਨਾਮ, ਵੀ ਮਹਾਰਾਜ ਨੂੰ ਭੋਗ ਪੂਰਾ ਚੈੱਕ ਕਰਕੇ ਲਵਾਉਣਾ ਵੀ ਲੂਣ ਮਿਰਚ ਦਾ। ਮੈਂ ਕਿਹਾ ਗੱਲ ਤਾਂ ਤੇਰੀ ਵੀ ਠੀਕ ਆ, ਹਾਂ ਵੀ ਦੋਵੇਂ ਪਾਸੇ। ਤੋ ਇਸ ਕਰਕੇ ਸਾਧ ਸੰਗਤ ਜੀ, ਬੇਬੇ ਜੀ ਨੇ ਪਹਿਲਾਂ ਗੁਣੀ ਬੰਦਿਆਂ ਨੂੰ ਪ੍ਰਸ਼ਾਦਾ ਛਕਾਇਆ, ਤੇ ਫਿਰ ਜਿੰਨੇ ਰਿਸ਼ਤੇਦਾਰ ਚਾਹ ਇੰਨਾ ਚੜਿਆ ਸਾਰਿਆਂ ਨੂੰ ਫਿਰ ਛਕਾਉਣਾ ਕੀਤਾ। ਕਹਿੰਦੇ ਫਿਰ ਖਾ ਕੇ ਮਿੱਠੇ ਚੌਲ, ਦਹੀਂ ਦੀ ਬਾਟੀ ਬਾਟੀ, ਉੱਤੋਂ ਛਕ ਕੇ ਗੁੜ, ਤੇ ਫਿਰ ਭੈਣਾਂ ਲੰਮੀ ਜੀ ਏਕ ਕੱਢਦੀਆਂ ਹਨ। ਕਹਿੰਦੇ ਗਾਰੀ ਹਸ ਹੋਤ ਸੁਖ ਆਰੀ ਹੈ ਸਭਨ। ਇੰਨਾ ਗਲਾ ਸੋਹਣਾ ਫਿਰ ਭੈਣਾਂ ਦਾ ਪੂਰਾ ਗਲਾ ਚੱਲਿਆ। ਤੇ ਕਵੀ ਜੀ ਕਹਿੰਦੇ ਫਿਰ ਸਿੱਠਣੀਆਂ ਦਿੰਦੀਆਂ ਹਨ। ਐਸੇ ਸੁਲਤਾਨਪੁਰ ਅਦਿਕ ਸ਼ਾਹ ਕਰ, ਏਕ ਤਲਵੰਡੀ ਨਰ ਤੁਰਨ ਪਠਾਇਓ ਹੈ। ਕਹਿੰਦੇ ਪੁਰਾਣੀ ਯਾਦ ਆ ਜਾਂਦੀ ਸੰਗਤੇ, ਪੁਰਾਣਾ ਸਮਾਂ ਗਾਉਣ ਹੋਣਾ ਤੇ ਭੈਣਾਂ ਕਹਿਣਾ ਪਹਿਲੋਂ ਸਾਨੂੰ ਖਵਾਓ ਤੇ ਸਹੀ ਕੁਝ, ਪਹਿਲੋਂ ਗਾਉਣ ਬਾਦੋ ਜਾਓ, ਪਹਿਲਾਂ ਬੂੰਦੀ ਬਦਾਨਾ ਚਾਹ ਛਕਾਓ। ਤੋ ਇਸ ਕਰਕੇ ਸਾਧ ਸੰਗਤ ਜੀ, ਬੇਬੇ ਨੇ ਸਾਰਿਆਂ ਨੂੰ ਜਲ ਪਾਣੀ ਛਕਾਇਆ, ਜਾਣੀ ਵਿਆਹ ਦਾ ਮਾਹੌਲ ਤਿਆਰ ਕੀਤਾ ਭਾਈ ਸਾਹਿਬ ਨੇ ਪੋਥੀ 'ਚ। ਤੇ ਮੈਨੂੰ ਤਾਂ ਇੱਦਾਂ ਲੱਗਣ ਦਿਆ ਵੀ ਜਿਵੇਂ ਵਿਆਹ 'ਚ ਬੈਠੇ ਹੁੰਦੇ। ਤੁਹਾਨੂੰ ਵੀ ਲੱਗਦਾ ਕਿ ਨਹੀਂ?
ਚੇਤਾ ਭੁੱਲ ਗਿਆ ਵੀ ਇੱਥੇ ਬੌਲੀ ਸਾਹਿਬ ਵੀ ਉਦੋਂ ਟਾਈਮ ਹੀ ਹੋ ਗਿਆ 2 ਮਿੰਟ ਉੱਤੇ। ਹਾਂ, ਚੌਲਾਂ ਦੇ ਚਾਹ ਚ ਭਲਾ ਲੇਟ ਕਰ ਲਈਏ ਤੇ ਘਰ ਦੇ ਆਖਣ ਵੀ ਰੋਟੀ ਲਾਉਣੀ ਕਿ ਨਹੀਂ, ਹੈ ਨਾ ਭੈਣੋ। ਉੱਥੇ ਗੁਰਦੁਆਰੇ ਰਹਿ ਪਿਆ ਕਰੋ, ਉਸ ਘਰ ਦਾ ਵੀ ਵੇਖ ਲਓ। ਮੈਨੂੰ ਪਤਾ ਬੜੀਆਂ ਝਿੜਕਾਂ ਲੈਣੀਆਂ ਪੈਂਦੀਆਂ, ਕਲਯੁਗ ਹੈ, ਬਹੁਤ ਔਖਾ ਕਥਾ ਗੁਰੂ ਘਰ ਆਉਣਾ, ਘਰਦਿਆਂ ਦੀਆਂ ਗੱਲਾਂ। ਅੱਜ ਕੱਲ੍ਹ ਸਮਾਂ ਮਾੜਾ ਨਾ, ਕਈ ਤੇ ਪੈ ਵੀ ਜਾਂਦੇ, ਉੱਥੇ ਹੀ ਰਹਿ ਪੋ। ਤੁਹਾਨੂੰ ਨਹੀਂ ਫਿਕਰ, ਘਰੇ ਮੱਝਾਂ ਚੋਣ ਵਾਲੀਆਂ ਰੋਟੀਆਂ ਤੁਹਾਨੂੰ ਕਥਾ ਦੀ ਪਈ ਆ। ਤੇ ਇਸ ਕਰਕੇ ਸਾਧ ਸੰਗਤ ਜੀ, ਮੇਰੇ ਗੁਰੂ ਦੀ ਕਥਾ ਬੜੀ ਸੁੰਦਰ ਹੈ, ਬੜਾ ਆਨੰਦ ਐ ਲੱਗਦਾ ਸੀ ਵੀ ਜਿਵੇਂ ਬਾਬੇ ਦੇ ਵਿਹੜੇ 'ਚ ਆਪਾਂ ਹੀ ਚੌਲ ਛਕਣ ਦਏ ਆ। ਇਹ ਖੁਸ਼ੀਆਂ ਇੱਥੇ ਕੀ ਰਹਿ ਗਈਆਂ ਹੁਣ, ਉੱਦਾਂ ਨਹੀਂ ਜੇ ਹੈਗੀ। ਆ ਸੱਚ ਦੱਸਿਓ, ਆ ਜਿਹੜਾ ਆਨੰਦ ਆਪਾਂ ਅੱਜ ਮਾਣਿਆ ਇਹ ਤੇ ਖਤਮ ਹੋ ਗਿਆ ਕਦੇ ਦਾ। ਹੁਣ ਕੋਈ ਗੌਣ ਪਾਉਂਦਾ, ਕੋਈ ਚੌਲ ਬਣਾਉਂਦਾ, ਕੋਈ ਸਾਦਾ ਕਿਸੇ ਨੂੰ ਭੁੱਲ ਜਾਓ। ਪੈਲਸ 'ਚ ਜਾਈਦਾ 15 ਮਿੰਟ ਸ਼ਗਨ ਦੇ ਕੇ ਚੱਲ ਕਰਨ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰਨ, ਦਇਆ ਕਰਨ। ਵਧਾਈਆਂ ਜੀਵ ਦਾਈਆਂ, ਵਧਾਈਆਂ ਜੀਵ ਦਾਈਆਂ। ਗੁਰ ਸਿੱਖਾਂ ਮਨ, ਗੁਰ ਸਿੱਖਾਂ ਮਨ, ਗੁਰ ਸਿੱਖਾਂ ਮਨ, ਗੁਰ ਸਿੱਖਾਂ ਮਨ। ਜੀਵ ਦਾਈਆਂ, ਜੀਵ ਦਾਈਆਂ। ਸਤਿਗੁਰੂ ਗਰੀਬ ਨਿਵਾਜ ਕਿਰਪਾ ਦਇਆ ਕਰਨ। 10 ਮਿੰਟ ਕਥਾ ਦਾ ਸਮਾਂ ਬਦਲਿਆ ਹੈ ਕੱਲ੍ਹ ਤੋਂ। ਪਹਿਲਾਂ 10 ਮਿੰਟ ਸਮਾਪਤੀ ਹੋਵੇਗੀ, ਜਿੱਥੇ ਆਪਾਂ 4 ਤੋਂ 5 ਵਿਚਾਰ ਕਰਦੇ ਹਾਂ, ਉੱਥੇ 4:45 ਤੋਂ 4:45 ਜਿਹੜਾ ਸਮਾਂ ਕਥਾ ਦਾ ਕੱਲ੍ਹ ਤੋਂ ਨੋਟ ਕਰ ਲਿਓ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਰਾਗੀ ਸਿੰਘ ਵੀ ਨੋਟ ਕਰ ਲੈਣ, ਕਿਉਂਕਿ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਦੇ ਕਿ ਇੱਕ ਸ਼ਬਦ ਵੱਧ ਲਾ ਦਿਆ ਕਰਨ, ਕਿਉਂਕਿ ਸੰਗਤ ਦਾ ਪਹਿਰਾ ਹੁੰਦਾ ਪ੍ਰਸ਼ਾਦੇ ਪਾਣੀ ਦਾ। ਆਪਾਂ ਗੁਰੂ ਘਰ ਦੇ ਹਾਂ, ਤੁਸੀਂ ਉਨੇ ਵਜੇ ਸੋਦਰ ਦੀ ਚੌਂਕੀ ਲਾਉਣੀ ਜਿੰਨੇ ਵਜੇ ਅੱਗੇ ਲੱਗਦੀ ਹੈ। ਇਹ ਸੰਗਤ ਵੱਲੋਂ ਇੰਨੀ ਕੁ ਬੇਨਤੀ ਹੈ ਰਾਗੀ ਸਿੰਘਾਂ ਨੂੰ ਵੀ ਤੁਸੀਂ ਨਹੀਂ ਟਾਈਮ ਚੇਂਜ ਕਰਨਾ, ਤੁਹਾਡਾ ਉਹੀ ਟਾਈਮ ਸੋਦਰ ਦਾ ਤੇ ਕਥਾ ਦਾ ਟਾਈਮ 10 ਮਿੰਟ ਅੱਗੇ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।